पंकज बंदना सिमारो अंगद दोख निकंदन अमरदास गोर श्री गुर रामदास गुण गावो। श्री अर्जन विघ्नन के नाशक विघ्नन के श्री गुर हर गोबिंद शुभ समत प्रकाशक श्री हर राय नामो कार जोरी नामो श्री गुर हर कृष्ण मनाए बहोरी। श्री तेग बहादुर परम कृपा परम कृपाला श्री गुरु गोबिंद सिंह विशाला तारो तारा पर पुन पुन सीसा पुन पुन सीसा बंदो बार बार जाग जिसमें है अमृत ज्ञान है मानक भगत बैराग श्री गुरु ग्रंथ साहिब उदादा बंदो कर अनुराग श्री गुर शब्द कमाए जिन जीते पंच विकार तेन संतन को बंदना सिर चरणन पर सतगुरु ते प्रसाद सच हुए। वाहिगुरु जी की फतेह है विघ्न विनाशन सोए।
ਗੁਰੂ ਜੀ ਕੀ ਫਤਿਹ ਹੈ। ਬਿਗਨ ਵਿਨਾਸ਼ਨ ਸਤਨਾਮ। ਵਾਹਿਗੁਰੂ ਸਾਹਿਬ ਜੀਓ। ਚੌਪਈ। ਵਿਪਰ ਜਾਤ ਤਨ ਕੇ ਅਭਿਮਾਨੀ, ਗੁਰ ਸਿੱਖ ਹੋਵਤ ਆਤਮ ਗਿਆਨੀ। ਧਰੈ ਅਹੰਗ ਤਨ ਸੇ ਚੰਡਾਲ, ਪ੍ਰੀਤ ਚਰਮ ਚਰਬੀ ਕੇ ਨਾੜ। ਵਿਪਰ ਜਾਤ ਤਨ ਕੇ ਅਭਿਮਾਨੀ, ਗੁਰ ਸਿੱਖ ਹੋਵਤ ਆਤਮ ਗਿਆਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ, ਚਾਵਰ ਤਖਤ ਛਤਰ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ, ਵਾਲੀਏ ਦੋ ਜਹਾਂ ਹਲਤ ਪਲਤ ਦੇ ਰਖਿਅਕ। ਧੰਨ ਧੰਨ ਸਾਹਿਬ ਸਤਿਗੁਰੂ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਜੀ ਦੀ ਅਪਰਿਆਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ, ਸ਼੍ਰੀ ਦਸ਼ਮੇਸ਼ ਪਿਤਾ ਜੀ, ਸ਼੍ਰੀ ਕਲਗੀਧਰ ਜੀ ਪੰਥ ਵਾਲੀ, ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬ ਕਮਾਲ ਬਾਦਸ਼ਾਹ ਦਰਵੇਸ਼, ਅਰਸ਼ਾਂ ਫਰਸ਼ਾਂ ਦੇ ਮਾਲਕ, ਨੀਲੇ ਦੇ ਸ਼ਾਹੇ ਅਸਵਾਰ, ਦੇਗ ਤੇਗ ਦੇ ਧਨੀ ਮਰਦ ਅਗੰਮੜੇ। ਧੰਨ 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 ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦਿਆਂ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰੂ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ੇ ਉਦਮ ਉਪਰਾਲੇ ਦੁਆਰਾ ਆਪ ਜੀ ਨੇ ਸਾਹਿਬਾਂ ਜੀ ਦੇ ਮਹਾਨ ਅਸਥਾਨ ਤੇ ਹਾਜ਼ਰੀ ਭਰਦਿਆਂ ਯਾਤਰਾ ਕਰਦਿਆਂ ਸਮੇਂ ਸਵਾਸਾਂ ਨੂੰ ਸਫਲਿਆ ਕੀਤਾ ਹੈ। ਸਤਿਗੁਰੂ ਪਾਤਸ਼ਾਹ ਦੇ ਮਹਾਨ ਅਸਥਾਨ ਤੇ ਲੜੀਵਾਰ ਸਤਿਗੁਰੂ ਪਾਤਸ਼ਾਹ ਦੇ ਜੀਵਨ ਬਿਰਤਾਂਤ, ਗੁਰੂ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ। ਪੰਚਮ ਪਾਤਸ਼ਾਹ ਗੁਰਦੇਵ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ। ਧੰਨ 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 ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਪਾਵਨ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਰ ਤੇ ਚੱਲ ਕਰਕੇ ਆਏ ਹੋਏ ਜਗਿਆਸੂਆਂ ਨੂੰ, ਪ੍ਰੇਮੀਆਂ ਨੂੰ, ਗੁਰਸਿੱਖਾਂ ਨੂੰ ਨਾਮ ਬਾਣੀ ਦਾ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਸਿੱਖਾਂ ਦੇ ਮਨ ਦੇ ਸ਼ੰਕੇ ਸੰਦੇਹ ਭਰਮ ਨਿਵਰਤ ਕਰਦੇ ਹਨ। ਕੁਛ ਪ੍ਰੇਮੀ ਸਿੱਖ ਸਾਹਿਬਾਂ ਦੇ ਹਜ਼ੂਰ ਚੱਲ ਕਰਕੇ ਆਏ, ਬੇਨਤੀ ਕੀਤੀ, ਮਹਾਰਾਜ ਕੁਛ ਬ੍ਰਾਹਮਣ ਲੋਕ ਸਾਡੇ ਨਾਲ ਈਰਖਾ ਕਰਦੇ ਹਨ। ਉਹ ਆਖਦੇ ਹਨ ਕਿ ਤੁਸੀਂ ਗੁਰੂ ਅਰਜਨ ਦੇਵ ਨੂੰ ਆਪਣਾ ਗੁਰੂ ਧਾਰਨ ਕੀਤਾ ਹੈ, ਹੁਣ ਤੁਸੀਂ ਸਾਡੇ ਵਿੱਚ ਬੈਠਣ ਦੇ ਲਾਇਕ ਨਹੀਂ ਰਹੇ ਹੋ। ਸਾਡੇ ਤਾਂ ਹੀ ਉਹ ਕਈ ਤਰ੍ਹਾਂ ਦੀਆਂ ਤਰਕਾਂ ਕਰਦੇ ਹਨ। ਆਖਦੇ ਹਨ
ਕਿ ਨਾ ਤੁਸੀਂ ਗਾਇਤਰੀ ਮੰਤਰ ਦਾ ਪਾਠ ਕਰੋ, ਨਾ ਤੁਸੀਂ ਪਿੰਡ ਭਰਾਓ, ਨਾ ਤੁਸੀਂ ਕਿਸੇ ਤਰ੍ਹਾਂ ਦੀ ਹੋਰ ਕਿਰਿਆ ਕਰੋ, ਵੇਦਾਂ ਦਾ ਪਾਠ ਕਰੋ, ਸਰਾਧ ਕਰਾਓ। ਇਹਦੇ ਆਦਿਕ ਜਿਹੜੇ ਸਨਾਤਨੀ ਮਤ ਦੇ ਕਰਮ ਧਰਮ ਉਹਨਾਂ ਦਾ ਤੁਸੀਂ ਤਿਆਗ ਕਰ ਦਿੱਤਾ ਹੈ। ਨਾ ਤੁਸੀਂ ਗੰਗਾ ਨਹਾਓ, ਨਾ ਤੁਸੀਂ ਕਿਤੇ ਜਮਨਾ 'ਤੇ ਜਾਓ। ਸੋ ਇਸ ਵਾਸਤੇ ਹੁਣ ਤੁਸੀਂ ਵੱਖਰੇ ਹੋ, ਸਾਡੇ ਵਿੱਚ ਨਹੀਂ ਬੈਠ ਸਕਦੇ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ, ਬਚਨ ਸਰਵਣ ਕਰਵਾਇਆ, ਜਿਸ ਦੇ ਅੰਦਰ ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ, ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਸੰਤਾਂ ਮਹਾਂਪੁਰਖਾਂ ਰੱਬ ਦੇ ਪਿਆਰਿਆਂ ਦੀ ਚਰਨਾਂ ਦੀ ਧੂੜੀ ਦਾ ਮਹਾਤਮ ਦਰਸਾਇਆ ਕਿ ਬਾਕੀ ਜਿਹੜੇ ਤੀਰਥ ਹਨ ਕੇਵਲ ਪਾਣੀ ਦੇ ਜਲ ਦੇ ਤੀਰਥ ਹਨ, ਪਰ ਜੋ ਅੰਮ੍ਰਿਤਸਰ ਸਾਹਿਬ ਅਸਥਾਨ ਹੈ ਜਿਸ ਬਾਰੇ ਉਹਨਾਂ ਤੁਹਾਨੂੰ ਆਖਿਆ ਕਿ ਤੁਸੀਂ ਉੱਥੇ ਇਸ਼ਨਾਨ ਕਰਦੇ ਹੋ, ਉੱਥੇ ਜਾਂਦੇ ਹੋ, ਇਸ ਤੀਰਥ ਸਥਾਨ ਵਿੱਚ ਬਾਕੀ ਤੀਰਥਾਂ ਦੇ ਨਾਲੋਂ ਖਾਸੀਅਤ ਉੱਤਮਤਾਈ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹ ਸਾਰੀ ਉੱਤਮਤਾਈ, ਸਾਰੀ ਵਿਸ਼ੇਸ਼ਤਾਈ ਗੁਰਸਿੱਖਾਂ ਨੂੰ ਸਰਵਣ ਕਰਵਾਈ। ਤੇ ਨਾਲ ਹੀ ਇਕਾਦਸ਼ੀ ਦੇ ਵਰਤ ਦੇ ਸੰਬੰਧ ਵਿੱਚ ਭਗਤ ਬਾਬਾ ਨਾਮਦੇਵ ਸਾਹਿਬ ਜੀ ਦਾ ਭਜਨ ਸਰਵਣ ਕਰਵਾਇਆ। ਰਾਮ ਸੰਗ ਨਾਮਦੇਵ ਜਨ ਕੋ ਪ੍ਰਤੱਗਿਆ ਆਈ, ਇਕਾਦਸ਼ੀ ਬ੍ਰਤ ਰਹੇ ਕਾਹੇ ਕੋ ਤੀਰਥ ਜਾਈ। ਕਿ ਜਿਸ ਦੀ ਪ੍ਰੀਤ ਪਿਆਰ ਅਕਾਲ ਪੁਰਖ ਨਾਲ ਬਣ ਗਈ ਹੈ। ਭਗਤ ਬਾਬਾ ਨਾਮਦੇਵ ਸਾਹਿਬ ਜੀ ਕਹਿੰਦੇ ਸਾਡੀ ਤਾਂ ਉਹਦੇ ਨਾਲ ਬਣ ਆ ਗਈ ਹੈ, ਉਹਦੇ ਨਾਲ ਜੁੜ ਗਏ ਹਾਂ। ਹੁਣ ਇਹੋ ਜਿਹੀ ਪ੍ਰਤਿੱਗਿਆ, ਨਿਸ਼ਚਾ, ਭਰੋਸਾ, ਯਕੀਨ ਆ ਗਿਆ। ਹੁਣ ਵਰਤ ਰੱਖਣ ਦੀ ਲੋੜ ਨਹੀਂ ਰਹੀ, ਹੋਰ ਕਿਸੇ ਤੀਰਥ ਦੇ ਯਾਤਰਾ ਕਰਨ ਦੀ ਨਹੀਂ ਲੋੜ ਰਹੀ। ਅਕਾਲ ਪੁਰਖ ਵਾਹਿਗੁਰੂ ਹੀ ਮਹਾਨ ਤੀਰਥ, ਉਹਦਾ ਨਾਮ ਪ੍ਰਾਪਤ ਹੋ ਗਿਆ ਹੈ। ਸੋ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਕੇ ਸਿੱਖਾਂ ਨੂੰ ਉਪਦੇਸ਼ ਬਖਸ਼ਿਆ ਹੈ ਕਿ ਸਿੱਖ ਵਾਸਤੇ ਵੱਡਾ ਤੀਰਥ ਨਾਮ ਤੀਰਥ ਅੰਮ੍ਰਿਤਸਰ ਤੀਰਥ ਹੀ ਹੈ। ਸੋ ਜਿਵੇਂ ਅੱਗੇ ਭਾਈ ਸਾਹਿਬ ਜੀ ਅਗਲਾ ਇਤਿਹਾਸ ਸਰਵਣ ਕਰਵਾ ਰਹੇ ਹਨ, ਸ਼ਰਧਾ ਭਾਵਨਾ ਦੇ ਸਹਿਤ ਸਰਵਣ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਚੌਪਈ ਵਿਪਰ ਜਾਤ ਤਨ ਕੇ ਅਭਿਮਾਨੀ, ਗੁਰ ਸਿੱਖ ਹੋਵਤ ਆਤਮ ਗਿਆਨੀ। ਜਦੋਂ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਗੁਰਸਿੱਖਾਂ ਕੋਲੋਂ ਸੁਣਿਆ ਕਿ ਉਹ ਆਪਣੀ ਬ੍ਰਾਹਮਣ ਜਾਤੀ ਦਾ ਵੀ ਮਾਣ ਕਰਦੇ, ਹੰਕਾਰ ਕਰਦੇ ਨੇ, ਤਾਂ ਸਾਹਿਬ ਜੀ ਆਖਣ ਲੱਗੇ ਕਿ ਉਹ ਵਿਪਰ ਜਾਤ ਜਿਹੜੇ ਜਾਤੀ ਦੇ ਨੇ, ਜਿਨ੍ਹਾਂ ਦਾ ਤਨ ਬ੍ਰਾਹਮਣਾਂ ਵਾਲਾ ਹੈ, ਸਮਝਦੇ ਕਿ ਅਸੀਂ ਬ੍ਰਾਹਮਣਾਂ ਦੇ ਘਰ ਵਿੱਚ ਪੈਦਾ ਹੋਏ ਹਾਂ, ਤਨ ਕੇ ਅਭਿਮਾਨੀ, ਉਹ ਆਪਣੇ ਬ੍ਰਾਹਮਣ ਸਰੀਰ ਦੇ ਹੰਕਾਰੀ ਹਨ ਕਿ ਸਾਡਾ ਜਨਮ ਬ੍ਰਾਹਮਣਾਂ ਦੇ ਘਰ ਦਾ, ਤੇ ਬ੍ਰਾਹਮਣ ਜਿਹੜੇ ਮਨੋ ਸਿਮਰਤੀ ਅਨੁਸਾਰ ਬ੍ਰਹਮਾ ਦੇ ਮੂੰਹ ਵਿੱਚੋਂ ਮੁਖ ਵਿੱਚੋਂ ਨਿਕਲੇ ਮੰਨੇ ਗਏ ਹਨ। ਇਸ ਵਾਸਤੇ ਕਹਿੰਦੇ ਬ੍ਰਾਹਮਣ ਉੱਤਮ ਹਨ। ਸੋ ਉਹ ਹੰਕਾਰੀ ਹੁੰਦੇ ਹਨ ਜਿਹੜੇ ਆਪਣੇ ਆਪ ਨੂੰ ਇਸ ਤਰ੍ਹਾਂ ਸਮਝਦੇ ਕਿ ਅਸੀਂ ਬ੍ਰਾਹਮਣ ਹੁੰਦੇ ਹਾਂ। ਪਰ ਸਾਹਿਬ ਕਹਿਣ ਲੱਗੇ ਗੁਰੂ ਕੇ ਸਿੱਖ ਹੋਵਤ ਆਤਮ ਗਿਆਨੀ। ਗੁਰਸਿੱਖ ਸਤਿਗੁਰੂ ਪਾਤਸ਼ਾਹ ਜੀ ਦੀ ਦਿੱਤੀ ਸਿੱਖਿਆ ਨੂੰ ਕਮਾਉਣ ਵਾਲਾ ਗੁਰੂ ਕਾ ਸਿੱਖ ਆਤਮ ਗਿਆਨੀ ਹੁੰਦਾ ਹੈ। ਉਹ ਆਤਮ ਗਿਆਨ ਦੀ ਅਵਸਥਾ ਦਾ ਧਾਰਨੀ ਹੁੰਦਾ ਹੈ। ਧਰੈ ਅੰਗ ਤਨ ਸੇ ਚੰਡਾਲ, ਪ੍ਰੀਤ ਚਰਮ ਚਰਬੀ ਕੇ ਨਾਲ। ਤੇ ਜਿਹੜੇ ਧਰੇ ਅਹੰ ਹੰਗਤਾ ਭਾਵ ਧਾਰ ਕੇ, ਹੰਕਾਰ ਹਉਮੈ ਧਾਰ ਕਰਕੇ ਸਮਝਦੇ ਨੇ ਕਿ ਅਸੀਂ ਉੱਚੀ ਸ਼੍ਰੇਣੀ ਵਿੱਚੋਂ ਹਾਂ। ਸਾਹਿਬ ਕਹਿੰਦੇ ਤਨ ਸੇ ਚੰਡਾਲ, ਉਹਨਾਂ ਦੇ ਤਨ ਸਮਝੋ ਚੰਡਾਲਾਂ ਵਾਲੇ ਹਨ, ਉਹ ਸਰੀਰ ਦੇ ਚੰਡਾਲ ਹਨ। ਕਿਉਂਕਿ ਚੰਡਾਲ ਨੂੰ ਚੰਮ ਦੀ ਪਰਖ ਹੁੰਦੀ ਹੈ। ਪ੍ਰੀਤ ਚਰਮ ਚਰਬੀ ਕੇ ਨਾਲ, ਉਹਨਾਂ ਦੀ ਪ੍ਰੀਤ ਹੈ ਚੰਮ ਤੇ ਚਰਬੀ ਦੇ ਨਾਲ। ਅਸ਼ਟਾਵਕਰ ਬ੍ਰਹਮ ਗਿਆਨੀ ਮਹਾਂਪੁਰਖ ਸਨ। ਰਾਜੇ ਦੀ ਜਨਕ ਦੀ ਸਭਾ ਵਿੱਚ ਜਦੋਂ ਚੱਲ ਕਰਕੇ ਆਏ,
ਬੜੇ ਵੱਡੇ ਵੱਡੇ ਪੰਡਤ ਵੇਦਾਂ ਸ਼ਾਸਤਰਾਂ ਦੇ ਗਿਆਤਾ ਜਿਹੜੇ ਸਾਨੂੰ ਹੱਸ ਪਏ ਸਨ ਕਿ ਇਹ ਵਿੰਗਾ ਟੇਢਾ ਮਨੁੱਖ ਰਾਜੇ ਜਨਕ ਨੂੰ ਗਿਆਨ ਦੇਵੇਗਾ, ਸਾਡੇ ਵਰਗਿਆਂ ਤੋਂ ਤਾਂ ਇਹਦੀ ਤਸੱਲੀ ਨਹੀਂ ਹੋਈ। ਉਹਨਾਂ ਟੀਚਰ ਕਰ ਦਿੱਤੀ ਸੀ। 8 ਵੱਲ ਪੈਂਦੇ ਸੀ ਸਰੀਰ ਵਿੱਚ ਅਸ਼ਟਾਵਕਰ ਦੇ। ਸਰੀਰ ਭਾਵੇਂ ਵਿੰਗਾ ਸੀ, ਆਤਮਾ ਸਿੱਧੀ ਸੀ, ਆਤਮਾ ਵਿੱਚ ਪ੍ਰਕਾਸ਼ ਸੀ, ਬ੍ਰਹਮ ਅਵਸਥਾ ਦੇ ਮਾਲਕ ਸਨ। ਤੇ ਜਦੋਂ ਹੱਸੇ ਸਨ ਤੇ ਆਪ ਨੇ ਕਈ ਵਾਰੀ ਸੁਣਿਆ, ਅਸ਼ਟਾਵਕਰ ਜੀ ਨੇ ਆਖਿਆ ਸੀ ਕਿ ਰਾਜਨ, ਰਾਜਿਆਂ ਦੀ ਸਭਾ ਵਿੱਚ ਗਿਆਨਵਾਨ ਮਨੁੱਖ ਚਾਹੀਦੇ ਨੇ, ਸਿਆਣੇ ਚਾਹੀਦੇ ਨੇ, ਇੱਥੇ ਚਮਿਆਰਾਂ ਦਾ ਕੀ ਕੰਮ ਹੈ। ਉਹਨਾਂ ਬੜੀ ਤੋਹੀਨ ਸਮਝੀ ਕਿ ਸਾਨੂੰ ਚਮਿਆਰ ਆਖ ਦਿੱਤਾ ਹੈ। ਤੇ ਉਹਨਾਂ ਗੁਰਮੁਖਾਂ ਨੇ ਆਖਿਆ ਜਿਹੜਾ ਚੰਮ ਦੀ ਪਰਖ ਕਰਨ ਵਾਲਾ ਹੋਵੇ ਉਹ ਚਮਿਆਰ ਹੀ ਹੁੰਦਾ ਹੈ। ਤੁਸੀਂ ਮੇਰਾ ਚੰਮ ਵੇਖਿਆ, ਸਰੀਰ ਵੇਖਿਆ 8-7 ਵਿੰਗਾਂ ਵਾਲਾ, ਮੇਰੀ ਆਤਮਾ ਨਹੀਂ ਵੇਖੀ ਕਿ ਆਤਮਾ ਕਿਸ ਅਵਸਥਾ ਤੇ ਪਹੁੰਚੀ ਹੈ। ਰਾਜਨ, ਇਹੋ ਜਿਹੇ ਬੰਦੇ ਤੇਰਾ ਮਾਰਗਦਰਸ਼ਨ ਨਹੀਂ ਕਰ ਸਕਦੇ। ਤੇ ਇਹੋ ਜਿਹੇ ਬੰਦਿਆਂ ਵਿੱਚ ਜਿਹੜੀ ਗੁਪਤ ਗੱਲ ਉਹ ਕਰਨੀ ਵੀ ਨਹੀਂ ਚਾਹੀਦੀ ਹੁੰਦੀ, ਜਿਹੜੀ ਉੱਤਮ ਗੱਲ ਹੋਵੇ ਤੇਰੇ ਤੇ ਮੇਰੇ ਵਿੱਚ ਰਹਿਣੀ ਚਾਹੀਦੀ ਹੈ। ਉਹ ਰਾਜੇ ਨੂੰ ਉਠਾ ਕੇ ਸਭਾ ਤੋਂ ਬਾਹਰ ਲੈ ਗਏ ਸਨ। ਤੇ ਜੋ ਰਾਜੇ ਦੇ ਮਨ ਦਾ ਸਵਾਲ ਸੀ ਕਿ ਆਹ ਸੱਚਾ ਜਾਂ ਉਹ ਸੱਚਾ, ਤੇ ਹੁਣ ਕੌਣ ਦੱਸੇ ਕਿ ਕੀ ਕਹਿ ਰਿਹਾ ਰਾਜਾ? ਇਹ ਤਾਂ ਕੋਈ ਆਤਮ ਗਿਆਨੀ ਦੱਸੇਗਾ ਜਿਹਨੂੰ ਦਿਵ ਦ੍ਰਿਸ਼ਟੀ ਹੈ, ਜਿਹਨੂੰ ਅੰਤਰਜਾਮਤਾ। ਤਾਂ ਉਹਨਾਂ ਕਹਿ ਦਿੱਤਾ ਸੀ ਰਾਜਨ, ਨਾ ਉਹ ਸੱਚਾ ਤੇ ਨਾ ਇਹ ਸੱਚਾ ਹੈ। ਰਾਜੇ ਨੂੰ ਸਮਝ ਪੈ ਗਈ। ਉਹਨਾਂ ਕਹਿ ਦਿੱਤਾ ਸੀ ਜਿਹੜਾ ਤੂੰ ਸੁਪਨਾ ਵੇਖਿਆ ਨਾ, ਨਰਪਤ ਇੱਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਸ਼ਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਆਪਣੀ ਐਸੀ ਅਵਸਥਾ ਵੇਖ ਕਰਕੇ ਕਿ ਰਾਜੇ ਤੋਂ ਮੰਗਤਾ ਬਣ ਗਿਆ, ਹਲਕਾ ਕੁੱਤਾ ਵੱਢ ਗਿਆ, ਜਿਹੜੀ ਭਿੱਖਿਆ ਮਿਲੀ ਉਹ ਵੀ ਡੁੱਲ ਗਈ। ਇਹ ਕਿਹੋ ਜਿਹਾ ਸੀਨ ਸੀ, ਇਹ ਕਿਹੋ ਜਿਹੇ ਹਾਲਾਤ ਸਨ ਮੇਰੇ। ਤੇ ਇੱਥੋਂ ਸ਼ੰਕਾ ਪੈਦਾ ਹੋਈ ਕਿ ਪੁੱਛਾਂ ਤਾਂ ਸਹੀ ਕਿ ਉਹ ਸੱਚਾ ਸੀ ਕਿ ਜਾਂ ਸੱਚਾ। ਜਾਗ ਕੇ ਵੇਖਿਆ ਤੇ ਸਿੰਘਾਸਣ ਤੇ ਹੈ। ਇਹ ਤਾਂ ਕੋਈ ਬ੍ਰਹਮ ਅਵਸਥਾ ਦਾ ਮਾਲਕ ਦੱਸੇਗਾ ਕਿ ਇੱਕ ਬੰਦ ਅੱਖ ਦਾ ਸੁਪਨਾ ਹੈ, ਇੱਕ ਖੁੱਲੀ ਅੱਖ ਦਾ ਸੁਪਨਾ। ਨਾ ਉਹ ਸੱਚਾ ਸੀ ਤੇ ਨਾ ਹੀ ਸੱਚਾ ਹੈ। ਇਹ ਵੀ ਸਦੀਵੀ ਨਹੀਂ ਰਹਿਣ ਵਾਲਾ, ਇਹ ਵੀ ਪਲ ਪਲ ਵਿੱਚ ਬਦਲਣ ਵਾਲਾ। ਤੇ ਅਗਲੀ ਗੱਲ ਕਹਿਣ ਲੱਗਾ ਘੋੜੇ ਦੀਆਂ ਰਕਾਬਾਂ ਵਿੱਚ ਪੈਰ ਰੱਖਣ ਸਮੇਂ ਗਿਆਨ ਹੋ ਜੇ। ਤਾਂ ਉਹਨੇ ਕਿਹਾ ਸੀ ਗੁਰੂ ਨੂੰ ਪਹਿਲਾਂ ਦਸ਼ਨਾ ਦੇਣੀ ਪੈਂਦੀ ਹੈ। ਚਲੋ ਬਾਕੀ ਸਭ ਕੁਛ ਕੋਲ ਰੱਖ, ਧਨ ਤੂੰ ਆਪਣੇ ਕੋਲ ਰੱਖ, ਪਰ ਮਨ ਮੈਨੂੰ ਦੇ ਦੇ। ਤੇ ਕਹਿਣ ਲੱਗੇ ਜਦੋਂ ਹੁਣ ਜੋ ਤੂੰ ਮਨ ਵਿੱਚ ਸੋਚ ਰਿਹਾ ਹੈ, ਸੋਚ ਰਿਹਾ ਸੀ ਘੋੜੇ ਤੇ ਸਵਾਰੀ ਕਰਾਂ, ਪੈਰ ਵਿੱਚ ਰਕਾਬ ਰੱਖਾਂ। ਕਹਿਣ ਲੱਗੇ ਰਾਜਨ, ਮੇਰਾ ਮਨ ਨਹੀਂ ਚਾਹੁੰਦਾ ਕਿ ਮੈਂ ਘੋੜੇ ਦੀ ਰਕਾਬ 'ਚ ਪੈਰ ਰੱਖਾਂ। ਹੁਣ ਰਾਜੇ ਜਨਕ ਨੂੰ ਸਮਝ ਪਈ ਸੀ ਕਿ ਮਨ ਕੀ ਹੁੰਦਾ ਹੈ, ਸੰਕਲਪ ਕੀ ਹੁੰਦਾ ਹੈ, ਤੇ ਗੁਰੂ ਨੂੰ ਕੀ ਭੇਟਾ ਕਰੀਦਾ ਹੈ ਕਿ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈ। ਇੱਥੇ ਹੁਕਮ ਮੰਨਣ ਦੀ ਕਾਰ ਦਾ ਜ਼ਿਕਰ ਹੈ ਕਿ ਜਿਹੜਾ ਹੁਕਮ ਮੰਨ ਲੈਂਦਾ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ, ਉਹ ਰੱਬ ਦਾ ਘਰ ਪ੍ਰਾਪਤ ਕਰ ਲੈਂਦਾ ਹੈ। ਇੱਥੇ ਗੱਲਾਂ ਦੇ ਨਾਲ ਨਹੀਂ ਗੱਲ ਬਣੇਗੀ। ਸਾਹਿਬ ਜੀ ਆਖਣ ਲੱਗੇ ਕਿ ਜਿਹੜੇ ਹੰਗਤਾ ਭਾਵ ਧਾਰਨ ਕਰਦੇ ਨਾ ਬ੍ਰਾਹਮਣ ਹੋ ਕੇ ਵੀ, ਬ੍ਰਾਹਮਣਾਂ ਦੇ ਘਰ ਵਿੱਚ ਜਨਮ ਲੈ ਕੇ ਵੀ, ਪ੍ਰੀਤ ਚਰਮ ਚਰਬੀ ਕੇ ਨਾਲ, ਉਹਨਾਂ ਦੀ ਚੰਮ ਦੇ ਨਾਲ, ਸਰੀਰ ਦੇ ਨਾਲ ਹੀ ਜੇਕਰ ਪ੍ਰੀਤ ਹੈ ਤੇ ਉਹ ਚੰਡਾਲ ਹਨ। ਸੋ ਬ੍ਰਾਹਮਣ ਜਿਨ ਬ੍ਰਹਮ ਪਛਾਨਿਓ, ਸਭ ਘਟ ਮੈਂ ਇੱਕ ਪੂਰਨ ਜਾਣਿਓ। ਤੇ ਉਹ ਬ੍ਰਾਹਮਣ ਹੈ ਜਿਹਨੇ ਬ੍ਰਹਮ ਨੂੰ ਪਛਾਣ ਲਿਆ ਹੈ, ਜਿਹਦੀ ਜਾਣ ਪਛਾਣ ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਜਿਹੜੇ ਇਸ ਅਵਸਥਾ ਤੇ ਪਹੁੰਚ ਚੁੱਕਾ ਸਮਝ ਲਵੋ ਕਿ ਉਹ ਅਸਲੀ ਬ੍ਰਾਹਮਣ ਹੈ। ਸਭ ਘਟ ਮਹਿ ਇੱਕ ਪੂਰਨ ਜਾਣਿਓ, ਸਾਰੇ ਘਟਾਂ ਸਰੀਰਾਂ ਵਿੱਚ ਘਟ ਘਟ ਮੈਂ ਹਰ ਜੂ ਵਸੇ, ਜੋ ਪਰਮਾਤਮਾ ਸਾਰੇ 'ਚ ਵਸਦਾ ਉਸਨੂੰ ਸਾਰੇ ਥਾਵਾਂ ਤੇ ਪੂਰਨ ਜਾਣ ਲਿਆ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਬਾਬਾ ਕਬੀਰ ਸਾਹਿਬ ਜੀ ਦਾ ਬਚਨ ਸਾਹਿਬਾਂ ਸਰਵਨ ਕਰਵਾਇਆ ਕਿ ਗੁਰਮਤਿ ਦਾ ਸਿਧਾਂਤ ਇਹ ਹੈ ਕਿ ਜੋ ਬ੍ਰਹਮ ਵਿਚਾਰੇ। ਬਾਬਾ ਕਬੀਰ ਸਾਹਿਬ ਜੀ ਮਹਾਂਪੁਰਖਾਂ ਦੀ ਰਸਨਾ ਤੋਂ ਸਾਹਿਬਾਂ ਬਚਨ ਫਰਮਾਏ ਕਿ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ, ਜਿਸ ਦੇ ਹਿਰਦੇ 'ਚ ਆਤਮ ਵਿਚਾਰ ਬ੍ਰਹਮ ਦੀ ਵਿਚਾਰ ਹੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਸਾਡੇ ਮਤ ਵਿੱਚ, ਸਾਡੇ ਧਰਮ ਵਿੱਚ, ਸਾਡੀ ਵਿਚਾਰਧਾਰਾ ਦੇ ਵਿੱਚ ਉਸੇ ਨੂੰ ਬ੍ਰਾਹਮਣ ਆਖਿਆ ਜਾਂਦਾ ਜਿਹੜਾ ਬ੍ਰਹਮ ਦੇ ਨਾਲ ਜੁੜ ਜਾਏ,
ਜਿਹੜਾ ਬ੍ਰਹਮ ਦੇ ਵਿੱਚ ਭੇਦ ਹੋ ਜਾਏ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਮਤ ਰਹੈ। ਬ੍ਰਹਮ ਨੂੰ ਬਿੰਦੇ ਦਾ ਅਰਥ ਹੁੰਦਾ ਜਾਣ ਲਾਏ। ਜਿਹੜਾ ਬ੍ਰਾਹਮਣ ਦੇ ਵਿੱਚ ਭੇਦ ਹੋ ਜੇ, ਜਾਣ ਪਛਾਣ ਕਰ ਲਵੇ, ਉਹਦਾ ਹੀ ਬ੍ਰਾਹਮਣ ਪੁਣਾ ਕਾਇਮ ਰਹਿ ਸਕਦਾ, ਉਹੀ ਬ੍ਰਾਹਮਣ ਹੈ। ਨਹੀਂ ਤਾਂ ਜਾਤ ਕਾ ਗਰਭ ਨਾ ਕਰਿਓ ਕੋਈ, ਬ੍ਰਹਮ ਬਿੰਦੈ ਸੋ ਬ੍ਰਾਹਮਣ ਹੋਈ। ਜਾਤੀ ਪਾਤੀ ਦਾ ਹੰਕਾਰ ਭਾਈ ਕੋਈ ਨਾ ਕਰੇ। ਜਿਹੜਾ ਪਰਮੇਸ਼ਰ ਨੂੰ ਜਾਣ ਲੈਂਦਾ ਅਸਲੀ ਬ੍ਰਾਹਮਣ ਉਹੀ ਹੈ। ਸੋ ਉਹੀ ਸਾਡੇ ਮਤ ਵਿੱਚ ਬ੍ਰਾਹਮਣ ਆਖਿਆ ਜਾਂਦਾ ਹੈ। ਹਾੜ ਚਰਮ ਮਿਜ ਸ਼੍ਰੋਨਤ ਮਾਸ, ਧਰੈ ਪ੍ਰੀਤ ਚੰਡਾਲ ਅਵਾਸ। ਤੇ ਜਿਹੜੇ ਲੋਕ ਬ੍ਰਾਹਮਣਾਂ ਦੇ ਘਰ ਵਿੱਚ ਭਾਵੇਂ ਪੈਦਾ ਹੋਏ ਨੇ, ਹੱਡਾਂ ਨਾਲ, ਚਰਮ ਚੰਮ ਨਾਲ, ਮਿੱਝ ਨਾਲ ਤੇ ਸ਼੍ਰੋਨਤ ਖੂਨ ਮਾਸ ਦੇ ਨਾਲ ਹੀ ਪ੍ਰੀਤ ਧਾਰਦੇ ਨੇ। ਚੰਡਾਲ ਆਵਾਸ, ਉਹ ਚੰਡਾਲ ਕਰਦਾ ਹੈ, ਭਾਵੇਂ ਉਹ ਬ੍ਰਾਹਮਣ ਕਿਉਂ ਨਾ ਹੋਵੇ, ਉਹ ਤਾਂ ਚੰਡਾਲ ਹੈ। ਤੁਮ ਬ੍ਰਾਹਮਣ ਹੋ ਬ੍ਰਹਮ ਪਛਾਤਾ, ਨਿਜ ਸਰੂਪ ਕੇ ਨਿਤ ਰੰਗ ਰਾਤਾ। ਤੇ ਗੁਰੂ ਕੇ ਸਿੱਖੋ ਤੁਸੀਂ ਬ੍ਰਾਹਮਣ ਹੋ। ਜਿਨ੍ਹਾਂ ਨੇ ਬ੍ਰਹਮ ਨੂੰ ਪਛਾਣ ਲਿਆ ਉਹ ਬ੍ਰਾਹਮਣ ਹੈ। ਨਿਜ ਸਰੂਪ ਕੇ ਨਿਤ ਰੰਗ ਰਾਤਾ, ਤੁਸੀਂ ਨਿੱਜੀ ਆਤਮਿਕ ਸਰੂਪ ਦੇ ਰੰਗਾਂ ਵਿੱਚ ਨਿਤਾਂ ਪ੍ਰਤੀ ਰੰਗੇ ਰਹਿੰਦੇ ਹੋ। ਆਤਮਿਕ ਖੇਡਾਂ ਦੇ ਵਿੱਚ ਤੁਸੀਂ ਖੇਡਦੇ ਹੋ। ਤਰਪਨ ਪਿੰਡ ਪਤਲ ਗਾਇਤਰੀ, ਪਿਤਰ ਲੋਕ ਪ੍ਰਾਪਤ ਪਵਿੱਤਰੀ। ਤੇ ਜਿਹੜੇ ਲੋਕ ਤਰਪਨ ਸੂਰਜ ਨੂੰ ਪਾਣੀ ਦਿੰਦੇ, ਦੇਵਤਿਆਂ ਨੂੰ ਪਾਣੀ ਦਿੰਦੇ, ਤੇ ਆਪਣੇ ਜਾ ਚੁੱਕੇ ਬਜ਼ੁਰਗਾਂ ਨੂੰ, ਪਿਤਰਾਂ ਨੂੰ ਪਾਣੀ ਦਿੰਦੇ ਨੇ। ਤੇ ਪਿੰਡ ਪਤਲ, ਪਿੰਡ ਚੌਲਾਂ ਦੇ ਲੱਡੂ ਜੇ ਬਣਾ ਕੇ ਤੇ ਪਤਲਾਂ ਦੇ ਉੱਪਰ ਰੱਖ ਕਰਕੇ ਬ੍ਰਾਹਮਣਾਂ ਨੂੰ ਛਕਾਉਂਦੇ ਨੇ, ਗਾਇਤਰੀ ਮੰਤਰ ਦਾ ਪਾਠ ਕਰਦੇ ਨੇ। ਇਹੋ ਜਿਹੇ ਲੋਕ ਪਿਤਰ ਲੋਕ ਪ੍ਰਾਪਤ ਪਵਿੱਤਰੀ। ਸੋ ਉਹ ਆਪਣੇ ਪਿੱਤਰ ਲੋਕ ਜਿਹਨੂੰ ਸਮਝਦੇ ਨੇ ਪਿੱਤਰਾਂ ਦਾ ਲੋਕ, ਉਹਦੇ ਵਿੱਚ ਜਾ ਕਰਕੇ ਫਿਰ ਪ੍ਰਾਪਤ ਹੁੰਦੇ, ਉਹਦੇ ਵਿੱਚ ਹੀ ਪਹੁੰਚਦੇ ਹਨ। ਤੁਮ ਸਤਨਾਮ ਜਪੋ ਸੁਖ ਰਾਸ, ਪਹੁੰਚੋ ਵਾਹਿਗੁਰੂ ਪਗ ਪਾਸ। ਤੇ ਗੁਰੂ ਕੇ ਸਿੱਖੋ ਤੁਸੀਂ ਸਤਨਾਮ ਵਾਹਿਗੁਰੂ ਦਾ ਨਾਮ ਜਪੋ, ਜਿਹੜਾ ਸੁਖ ਰਾਸ ਹੈ, ਸਾਰੇ ਸੁੱਖਾਂ ਦੀ ਰਾਸ ਖਜ਼ਾਨਾ ਹੈ, ਸਾਰੇ ਸੁੱਖਾਂ ਦੀ ਅਵਧੀ ਹੱਦ ਹੈ, ਜੋ ਅਕਾਲ ਪੁਰਖ ਪਰਮੇਸ਼ਰ ਦਾ ਸਤਨਾਮ। ਤੁਮ ਸਤਨਾਮ ਜਪੋ, ਸਤਨਾਮ ਵਾਹਿਗੁਰੂ ਦਾ ਨਾਮ ਹਮੇਸ਼ਾ ਜਪੋ। ਪਹੁੰਚੋ ਵਾਹਿਗੁਰੂ ਪਗ ਪਾਤ, ਤੇ ਤੁਸੀਂ ਵਾਹਿਗੁਰੂ ਦੇ ਚਰਨ ਕਮਲਾਂ ਦੇ ਪਾਸ ਪਹੁੰਚ ਜਾਵੋ। ਪਿਤਰ ਲੋਕ ਸਿਖ ਬਾਸ਼ਤ ਨਾਹੀ, ਅਵਿਨਾਸ਼ੀ ਨਿਜ ਰੂਪ ਸਮਾਹੀ। ਸਤਿਗੁਰੂ ਦੇ ਸਿੱਖ ਪਿਤਰ ਲੋਕ ਦੀ ਕਦੀ ਬਾਂਸ਼ ਦੀ ਇੱਛਾ ਨਹੀਂ ਕਰਦੇ ਕਿ ਜਿੱਥੇ ਮੇਰੇ ਵੱਡ ਵਡੇਰੇ ਗਏ ਮੈਂ ਵੀ ਉੱਥੇ ਚਲੇ ਜਾਵਾਂ। ਨਹੀਂ, ਸਤਿਗੁਰੂ ਦਾ ਸਿੱਖ ਇਹੋ ਜਿਹੀ ਇੱਛਾ ਨਹੀਂ ਰੱਖਦਾ। ਉਹ ਤਾਂ ਉੱਥੇ ਜਾਂਦਾ ਹੈ ਅਬਿਨਾਸ਼ੀ ਨਿਜ ਰੂਪ ਸਮਾਹੀ, ਜਿਹੜਾ ਅਬਿਨਾਸ਼ੀ ਆਪਣਾ ਅਸਲੀ ਸਰੂਪ ਹੈ, ਬ੍ਰਹਮ ਰੂਪ ਆਤਮ ਸਰੂਪ, ਉਸ ਸਰੂਪ ਦੇ ਵਿੱਚ ਸਮਾ ਜਾਂਦਾ ਹੈ। ਜਿਮ ਸਭ ਛਿਤ ਕੋ ਨ੍ਰਿਪਤ ਪ੍ਰਬੰਨਾ, ਏਕ ਗ੍ਰਾਮ ਤੇ ਹਵੈ ਨਾ ਪ੍ਰਸੰਨਾ। ਜਿਵੇਂ ਸਾਰੀ ਧਰਤੀ ਦਾ ਛਿਤ ਕਹਿੰਦੇ ਧਰਤੀ ਨੂੰ, ਜਿਮ ਸਭ ਛਿਤ ਕੋ, ਜਿਵੇਂ ਸਾਰੀ ਧਰਤੀ ਕੋ ਦਾ ਨ੍ਰਿਪਤ ਹੁੰਦਾ ਰਾਜਾ, ਪਰ ਪੰਨਾ ਮੰਨਿਆ ਪਰ ਮੰਨਿਆ ਹੋਇਆ, ਜਿਹੜਾ ਸਾਰੇ ਥਾਵਾਂ ਤੇ ਰਾਜ ਪ੍ਰਾਪਤ ਕਰ ਚੁੱਕਾ ਹੋਵੇ, ਚੱਕਰਵਰਤੀ ਰਾਜਾ ਬਣ ਚੁੱਕਾ ਹੋਵੇ, ਤੇ ਉਹਨੂੰ ਕੋਈ ਇੱਕ ਨਗਰ ਭੇਟਾ ਕਰੇ, ਕੋਈ ਇੱਕ ਨਗਰ ਦਵੇ, ਤੇ ਕੀ ਉਹ ਖੁਸ਼ ਹੋਵੇਗਾ? ਜਿਹੜਾ ਬੰਦਾ ਹੈ ਹੀ ਚੱਕਰਵਰਤੀ ਰਾਜਾ ਹੈ, ਸਾਰੀ ਦੁਨੀਆ ਦਾ ਮਾਲਕ ਹੈ, ਤੇ ਇੱਕ ਬੰਦਾ ਉਹਨੂੰ ਕੋਈ ਦੇ ਕੇ ਨਗਰ, ਛੋਟਾ ਮੋਟਾ ਪਿੰਡ ਦੇ ਕੇ ਆਖੇ ਲਓ ਜੀ ਰਾਜਾ ਤੁਹਾਨੂੰ ਪਿੰਡ ਦਿੱਤਾ ਹੈ, ਤੇ ਉਹ ਰਾਜਾ ਖੁਸ਼ ਨਹੀਂ ਹੋਵੇਗਾ। ਜੇ ਗਰੀਬ ਲੈ ਬੋਹਰ ਖਾਵੈ, ਤਿਵ ਨਰਕੀ ਪਿਤਰਨ ਪੁਰ ਪਾਵੈ। ਤੇ ਜਿਹੜਾ ਤਾਂ ਗਰੀਬ ਹੈ ਨਾ, ਉਹਨੂੰ ਨਗਰ ਦਾ ਮਾਲਕ ਬਣਾ ਦੋ, ਉਹ ਤਾਂ ਬੜਾ ਖੁਸ਼ ਹੋਵੇਗਾ ਜੀ। ਜਿਹਦੇ ਕੋਲ 4 ਮਰਲੇ ਥਾਂ ਨਹੀਂ, ਉਹਨੂੰ ਨਗਰ ਹੀ ਮਿਲ ਜਾਏ, ਤੇ ਉਹ ਕਿਉਂ ਨਹੀਂ ਖੁਸ਼ ਹੋਵੇਗਾ? ਗਰੀਬ ਲੈ ਕੇ ਜ਼ਰੂਰ ਖੁਸ਼ ਹੋਵੇਗਾ, ਪਰ ਰਾਜਾ ਨਹੀਂ ਖੁਸ਼ ਹੋਵੇਗਾ। ਰਾਜਾ ਤਾਂ ਸਾਰੀ ਆਸੇ ਪਾਸੇ ਜਿੰਨੀ ਧਰਤੀ ਪ੍ਰਿਥਵੀ ਉਹਦਾ ਮਾਲਕ ਬਣ ਗਿਆ, ਚੱਕਰਵਰਤੀ ਰਾਜਾ ਹੈ। ਤਿਮ ਨਰਕੀ ਪਿਤਰਨ ਪੁਰ ਪਾਵੇ, ਤਿਵੇਂ ਜਿਹੜੇ ਨਰਕੀ ਜੀਵ ਹੈ ਨਾ, ਨਰਕੀ ਪੁਰਸ਼, ਨਰਕਾਂ ਵਿੱਚ ਜਾਣ ਵਾਲੇ, ਉਹ ਪਿਤਰਪੁਰੀ ਨੂੰ ਪਾਉਣਾ ਚਾਹੁੰਦੇ ਨੇ ਕਿ ਚਲੋ ਕਮ ਸੇ ਕਮ ਆਪਣੇ ਬਜ਼ੁਰਗਾਂ ਕੋਲ ਤਾਂ ਜਾਵਾਂਗੇ ਨਾ, ਨਰਕਾਂ 'ਚ ਤਾਂ ਨਾ ਧੱਕੇ ਖਾਵਾਂਗੇ।
ਉਹ ਚਾਹੁੰਦੇ ਨੇ ਕਿ ਨਰਕਾਂ ਵਿੱਚ ਨਾ ਜਾਈਏ, ਆਪਣੇ ਪਿਤਰਾਂ ਦੇ ਕੋਲ, ਆਪਣੇ ਵੱਡ ਵਡੇਰਿਆਂ ਦੇ ਕੋਲ ਚਲੇ ਜਾਈਏ। ਉਹ ਉਸ ਲੋਕ ਦੀ ਇੱਛਾ ਰੱਖਦੇ ਨੇ ਜਿੱਥੇ ਉਹਨਾਂ ਦੇ ਮਰ ਕੇ ਵੱਡ ਵਡੇਰੇ ਗਏ ਹਨ। ਗੁਰ ਕੇ ਸਿੱਖ ਸਵਰਗ ਨਹਿ ਬਾਚੇ, ਬ੍ਰਹਮ ਰੂਪ ਪ੍ਰਾਪਤ ਜੇ ਆਛੇ। ਸਤਿਗੁਰੂ ਦੇ ਸਿੱਖ ਸਵਰਗ ਦੀ ਇੱਛਾ ਵੀ ਨਹੀਂ ਕਰਦੇ, ਸੁਰਗ ਨਰਕ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ। ਕਵਨ ਨਰਕ ਕਵਨ ਸੁਰਗ ਵਿਚਾਰਾ, ਸੰਤਨ ਦੋ ਰਾਤੇ। ਸੰਤਾਂ ਨੇ ਰੱਦ ਕਰ ਦਿੱਤੇ, ਭਾਵੇਂ ਕੋਈ ਸਵਰਗ ਹੋਵੇ ਤੇ ਭਾਵੇਂ ਨਰਕ ਹੋਵੇ, ਉਹਨਾਂ ਦਾ ਸਿੱਖ ਦਾ ਉਹਨਾਂ ਨਾਲ ਵਾਹ ਹੀ ਕੋਈ ਨਹੀਂ ਹੈ। ਗੁਰ ਕੇ ਸਿੱਖ ਸਵਰਗ ਨੇ ਬਾਂਛੇ, ਬਾਂਛੇ ਹੁੰਦਾ ਚਾਹੁਣਾ। ਸਤਿਗੁਰੂ ਦੇ ਸਿੱਖ ਕਦੀ ਸਵਰਗ ਦੀ ਇੱਛਾ ਨਹੀਂ ਰੱਖਦੇ ਕਿ ਸਵਰਗ ਮਿਲ ਜਾਏ, ਇੱਥੋਂ ਤੱਕ ਮੁਕਤੀ ਵੀ ਨਹੀਂ ਚਾਹੁੰਦੇ। ਜਿਹੜੇ ਪਿਆਰ ਵਾਲੇ ਨੇ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਉਹ ਤਾਂ ਚਾਹੁੰਦੇ ਨੇ ਅਕਾਲ ਪੁਰਖ ਦੇ ਚਰਨਾਂ ਦੀ ਪ੍ਰੀਤੀ ਮਿਲੀ ਰਹੇ। ਭਾਈ ਨੰਦ ਲਾਲ ਜੀ ਨੂੰ ਪੁੱਛਿਆ ਸੀ ਮਹਾਰਾਜ ਜੀ ਨੇ ਕੀ ਚਾਹੁੰਦੇ ਹੋ, ਕਲਗੀਧਰ ਪਾਤਸ਼ਾਹ ਆਖਣ ਲੱਗੇ ਤੇ ਭਾਈ ਸਾਹਿਬ ਨੇ ਆਖਿਆ ਸੀ ਮਹਾਰਾਜ ਇੱਕੋ ਇੱਛਾ, ਜਿੰਨੀ ਵਾਰੀ ਇਸ ਧਰਤੀ ਤੇ ਭਲਾ ਕਰਨ ਵਾਸਤੇ ਆਓ ਨਾਲ ਲੈ ਆਇਆ ਕਰੋ, ਜਦੋਂ ਜਾਓ ਉਦੋਂ ਨਾਲ ਲੈ ਜਾਇਆ ਕਰੋ, ਆਪਣੇ ਚਰਨਾਂ ਵਿੱਚ ਰੱਖੋ, ਆਪਣੀ ਸ਼ਰਨ ਵਿੱਚ ਰੱਖੋ। ਹੋਰ ਕੋਈ ਇੱਛਾ ਨਹੀਂ ਕਿ ਕੋਈ ਸਵਰਗ ਲੋਕ ਮਿਲ ਜਾਏ, ਕੋਈ ਬੈਕੁੰਠ ਧਾਮ ਮਿਲ ਜਾਏ, ਨਹੀਂ ਕਿਸੇ ਹੋਰ ਥਾਂ ਦੀ ਇੱਛਾ ਹੀ ਨਹੀਂ, ਬਸ ਤੁਹਾਡੇ ਚਰਨਾਂ 'ਚ ਥਾਂ ਮਿਲ ਜਾਏ, ਤੁਹਾਡੇ ਚਰਨਾਂ 'ਚ ਢੋਈ ਮਿਲੇ, ਹੋਰ ਕੋਈ ਇੱਛਾ ਨਹੀਂ ਹੈ। ਸੋ ਗੁਰੂ ਕੇ ਸਿੱਖ ਕਦੀ ਸਵਰਗ ਦੀ ਇੱਛਾ ਨਹੀਂ ਚਾਹੁੰਦੇ, ਇੱਛਾ ਨਹੀਂ ਰੱਖਦੇ। ਕਿ ਇੱਛਾ ਹੁੰਦੀ ਹੈ ਬ੍ਰਹਮ ਰੂਪ ਪ੍ਰਾਪਤ ਜੇ ਆਸ਼ੇ। ਉਹਨਾਂ ਨੂੰ ਜਿਹੜਾ ਅੱਛਾ ਬ੍ਰਹਮ ਲੋਕ ਹੈ ਨਾ, ਪਰਮੇਸ਼ਰ ਦਾ ਆਪਣਾ ਲੋਕ, ਬੈਕੁੰਠ ਧਾਮ ਸੱਚਖੰਡ, ਉਹ ਬ੍ਰਹਮ ਰੂਪ ਪ੍ਰਾਪਤ ਜੇ ਆਸੇ, ਉਹ ਬ੍ਰਹਮ ਸਰੂਪ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਸ਼੍ਰੀ ਅਰਜਨ ਤੇ ਨਿਰਣੇ ਸੁਨ ਕਰ, ਭਏ ਪ੍ਰਸੰਨ ਨਿਰਸੰਸੈ ਦਿਜਬਰ। ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਸੱਚੇ ਸਾਹਿਬਾਂ ਕੋਲੋਂ ਇਹ ਨਿਰਣਾ ਸੁਣ ਕੇ, ਨਿਰਣਾ ਕਿਹੜਾ ਸੁਣਿਆ? ਗੁਰਮਤ ਦਾ ਤੇ ਹਿੰਦੂ ਮਤ ਦਾ, ਕਿ ਸਿੱਖ ਮਤ ਕੀ ਹੈ ਤੇ ਸਨਾਤਨ ਮਤ ਵਿੱਚ ਕੀ ਵੱਖਰਾ ਵਖਰੇਵਾਂ ਹੈ। ਇਸ ਗੱਲ ਦਾ ਸਾਰਾ ਨਿਰਣਾ ਸੁਣਿਆ ਕਿ ਜਿਹੜੇ ਸੂਰਜ ਨੂੰ ਪਾਣੀ ਦਿੰਦੇ ਨੇ, ਗਾਇਤਰੀ ਮੰਤਰ ਦਾ ਪਾਠ ਕਰਦੇ ਨੇ, ਪਿੰਡ ਪਤਲਾਂ ਭਰਾਉਂਦੇ ਨੇ, ਉਹ ਤਾਂ ਪਿੱਤਰ ਲੋਕ ਤੱਕ ਹੀ ਪਹੁੰਚ ਰੱਖਦੇ ਨੇ ਕਿ ਉੱਥੋਂ ਤੱਕ ਚਲੇ ਜਾਈਏ। ਪਰ ਤੁਸੀਂ ਸਤਿਨਾਮ ਵਾਹਿਗੁਰੂ ਦਾ ਜਦੋਂ ਨਾਮ ਜਪੋਗੇ, ਸਵਰਗ ਦੀ ਇੱਛਾ ਵੀ ਖਤਮ ਹੋ ਜਾਏਗੀ। ਵੱਡੀਆਂ ਵੱਡੀਆਂ ਇੱਛਾਵਾਂ ਸਾਰੀਆਂ ਮੁੱਕ ਹੀ ਜਾਣਗੀਆਂ। ਸਤਿਗੁਰੂ ਦੇ ਚਰਨਾਂ ਨਾਲ ਅਜਿਹੀ ਸਦੀਵੀ ਪਿੰਡੀ ਗੰਢ ਪਵੇਗੀ ਕਿ ਉਹ ਸਾਰੀਆਂ ਇੱਛਾਵਾਂ ਖੈਸ਼ਾਂ ਨੂੰ ਮੁਕਾ ਹੀ ਦੇਵੇਗੀ। ਸਤਿਗੁਰੂ ਤੋਂ ਸਦਕੇ ਹੋਵੋਗੇ। ਸਤਿਗੁਰੂ ਕੋਲੋਂ ਇਹ ਸਾਰੀ ਗੱਲ ਦਾ ਨਿਰਣਾ ਸੁਣਿਆ, ਵਿਚਾਰ ਸੁਣ ਕਰਕੇ ਇਹ ਜਿਹੜੇ ਦਿਜਵਰ ਸ੍ਰੇਸ਼ਟ ਪੰਡਤ ਸ਼੍ਰੇਣੀ ਵਿੱਚੋਂ ਸਨ ਗੁਰੂ ਕੇ ਸਿੱਖ, ਭਏ ਪ੍ਰਸੰਨ ਨਿਰਸੰਸੇ, ਸੰਸੇ ਸ਼ੱਕ ਤੋਂ ਭਰਮ ਤੋਂ ਰਹਿਤ ਹੋ ਕੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ। ਗੁਰ ਨਿਚੇਤੇ ਲਹਿ ਬ੍ਰਹਮ ਗਿਆਨ, ਜਾਤ ਪਾਤ ਕੀ ਤਿਆਗੀ ਆਨ। ਤੇ ਜਿਹਨੂੰ ਹੁਣ ਲਾਲਾਂ ਵਾਲੇ ਪੀਰ ਤੇ ਨਿਸ਼ਚਾ ਹੋਵੇਗਾ, ਉਹ ਬ੍ਰਹਮ ਗਿਆਨ ਕਿਵੇਂ ਲੈ ਲੇਗਾ? ਜੇ ਕੋਈ ਲੱਖ ਦਾਤਾ ਕਹਿੰਦਾ ਹੈ, ਉਹ ਤਾਂ ਫਿਰ ਲੱਖਾਂ ਤੱਕ ਹੀ ਦੇ ਸਕਦਾ ਨਾ। ਜੇ ਕਰੋੜ ਦੀ ਲੋੜ ਪੈ ਗਈ ਤਾਂ ਉਹ ਕਿੱਥੋਂ ਪੂਰੀ ਕਰੇਗਾ? ਜਿਹਦੇ ਕੋਲ ਲੱਖ ਦੇਣ ਦੀ ਸਮਰੱਥਾ ਹੈ। ਗੁਰੂ ਕੇ ਸਿੱਖ ਜਿਹੜੇ ਨਾ ਸਤਿਗੁਰੂ ਤੇ ਨਿਸ਼ਚਾ ਭਰੋਸਾ ਰੱਖ ਕੇ ਕੀ ਹਾਸਲ ਕਰ ਲੈਂਦੇ? ਲਹਿ ਬ੍ਰਹਮ ਗਿਆਨ, ਬ੍ਰਹਮ ਗਿਆਨ ਲੈ ਲੈਂਦੇ ਨੇ। ਬ੍ਰਹਮ ਗਿਆਨ ਦੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਫਿਰ ਜਾਤ ਪਾਤ ਕੀ ਤਿਆਗੇ ਆਣ, ਜਿਹੜੀ ਜਾਤ ਪਾਤ ਦੀ ਹੋਰ ਤਰ੍ਹਾਂ ਦੀ ਕਾਣ ਕਨੌਟ ਉਹ ਛੱਡ ਦਿੰਦੇ, ਤਿਆਗ ਕਰ ਦਿੰਦੇ ਹਨ। ਜਾਤ ਕਾਨ ਗਾਢੀ ਪਗ ਬੇਰੀ, ਬੰਦੇ ਦੁਖ ਪ੍ਰਾਪਤ ਬਹੁ ਬੇਰੀ। ਜਾਤ ਪਾਤ ਦੀ ਜਿਹੜੀ ਕਾਣ ਕਨੌਟ ਹੈ ਨਾ, ਇਹ ਗਾਢੀ ਬੜੀ ਪੱਕੀ ਪੱਗ ਬੇਰੀ, ਪੈਰਾਂ ਵਿੱਚ ਪਈ ਹੋਈ ਬੇੜੀ ਹੈ। ਬੇੜੀਆਂ ਕਹਿੰਦੇ ਸਨ, ਜਿਵੇਂ ਕੈਦੀਆਂ ਨੂੰ ਬੇੜੀ ਪਾ ਦਿੱਤੀ ਜਾਂਦੀ ਸੀ। ਸਿੱਖ ਕੈਦੀਆਂ ਨੂੰ ਅੰਗਰੇਜ਼ਾਂ ਦੇ ਰਾਜ ਇੱਕ ਡੰਡਾ ਬੇੜੀ ਦੀ ਸਜ਼ਾ ਦਿੱਤੀ ਜਾਂਦੀ ਸੀ। ਦੋਵਾਂ ਪੈਰਾਂ ਵਿੱਚ ਪਾ ਕੇ ਲੱਕ ਤੱਕ, ਤੇ ਮਨੁੱਖ ਬੈਠ ਨਹੀਂ ਸੀ ਸਕਦਾ, ਨਾ ਲੰਮੇ ਪੈ ਸਕਦਾ ਸੀ, ਉਹ ਖਲੋਤਾ ਹੀ ਰਹਿੰਦਾ ਸੀ। 24 ਘੰਟੇ ਸਿੱਖਾਂ ਨੂੰ ਖਿਲਾਰ ਕੇ ਇਹੋ ਜਿਹੀਆਂ ਭਿਆਨਕ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਕਾਲੇ ਪਾਣੀ ਦੀ ਜੇਲ੍ਹ ਵਿੱਚ। ਸੋ ਉਹਨੂੰ ਬੇੜੀ ਕਹਿੰਦੇ, ਜਿਹੜੀ ਪੈਰਾਂ ਵਿੱਚ ਪਾਈ ਜਾਂਦੀ ਹੈ। ਸੋ ਗੁਰੂ ਕੇ ਸਿੱਖਾਂ ਨੇ ਜਿਹੜੀ ਜਾਤ ਪਾਤ ਦੀ ਪੱਕੀ ਬੇੜੀ ਹੈ ਨਾ,
ਇਹ ਛੱਡ ਦਿੱਤੀ ਹੈ, ਇਹਦਾ ਤਿਆਗ ਕਰ ਦਿੱਤਾ ਹੈ। ਬੰਦੇ ਦੁੱਖ ਪ੍ਰਾਪਤ ਬਹੁ ਬੇਰੀ, ਜਿਹੜੇ ਜਾਤ ਪਾਤ ਦੀਆਂ ਬੇੜੀਆਂ ਵਿੱਚ ਬੱਧੇ ਹੋਏ ਨਾ, ਉਹ ਬਹੁ ਬੇਰੀ ਬਹੁਤ ਵਾਰੀ ਦੁੱਖ ਹੀ ਦੁੱਖ ਪ੍ਰਾਪਤ ਕਰਦੇ ਹਨ। ਬਿਨ ਗੁਰ ਕਰਨਾ ਛੂਟਤ ਨਾਹੀ, ਪਚੇ ਪਰੈ ਪਰਵਾਰ ਨ ਮਾਹੀ। ਤੇ ਜਿਹੜੀ ਇਹ ਜਾਤ ਪਾਤ ਦੀ ਬੇੜੀ ਹੈ, ਅਵਗੁਣਾਂ ਦੀ ਬੇੜੀ ਪੈਰਾਂ ਵਿੱਚ, ਮਨ ਬੁੱਧ ਪੈਰਾਂ ਵਿੱਚ ਪਈ ਹੋਈ ਹੈ, ਇਹ ਬਿਨ ਗੁਰ ਕਰਨਾ, ਬਿਨਾ ਸਤਿਗੁਰੂ ਦੀ ਕਰਨਾ, ਕਿਰਪਾ ਤੋਂ, ਰਹਿਮਤ ਤੋਂ, ਬਖਸ਼ਿਸ਼ ਤੋਂ ਬਿਨਾ ਛੁੱਟਤ ਨਾਹੀ, ਨਹੀਂ ਛੁੱਟਦੀ। ਇਹ ਬੇੜੀ ਨਹੀਂ ਟੁੱਟਦੀ। ਪਚੇ ਪਰੇ ਪਰਿਵਾਰ ਨੂੰ ਮਾਹੀ, ਜੀਵ ਇਹਨਾਂ ਬੇੜੀਆਂ ਦੇ ਚ ਪਏ ਹੋਏ ਆਪਣੇ ਪਰਿਵਾਰਾਂ ਦੇ ਵਿੱਚ ਫਸੇ ਹੋਏ ਹਨ। ਆਪਣੇ ਪਰਿਵਾਰਾਂ ਵਿੱਚ ਗਲਤਾਨ ਹੋ ਕਰਕੇ ਅੰਧਕਾਰ ਮੋਹ ਦੇ ਹਨੇਰੇ ਵਿੱਚ ਫਸੇ ਹਨ। ਦੋਹਰਾ ਟੁੱਟੇ ਜੋਧਾ ਜਾਮ ਦਵੈ, ਸ਼੍ਰੀ ਅਰਜਨ ਟਿਗਿਆਏ। ਨਵੇਂ ਪ੍ਰਸੰਗ ਦੇ ਅੰਦਰ ਭਾਈ ਸਾਹਿਬ ਜੀ ਅਗਲੇ ਗੁਰਸਿੱਖਾਂ ਦਾ ਜ਼ਿਕਰ ਕਰ ਰਹੇ ਨੇ। ਭਾਈ ਟੁੱਟੇ ਯੋਧਾ, ਸੋ ਇਹ ਭਾਈ ਟੁੱਟਾ ਬੜਾ ਵੱਡਾ ਯੋਧਾ ਸੀ। ਭਾਈ ਜਾਮ, ਇਹਦਾ ਨਾਮ ਭਾਈ ਜਾਮੂ ਲਿਖਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ। ਗੁਰੂ ਅਰਜਨ ਦੇ ਪਾਤਸ਼ਾਹ ਦੀ ਸਿੱਖਾਂ ਦੀ ਜਦੋਂ ਉਹਨਾਂ ਨੇ ਲੜੀ ਲਿਖੀ ਹੈ, ਨਾਮ ਲਿਖੇ ਨੇ, ਉਦੋਂ ਇਹਨਾਂ ਸਾਰੇ ਗੁਰਸਿੱਖਾਂ ਦਾ ਜਿਨ੍ਹਾਂ ਦਾ ਪਿੱਛੇ ਜ਼ਿਕਰ ਆ ਚੁੱਕਾ ਜਾਂ ਅੱਗੇ ਆਉਣ ਵਾਲਾ ਹੈ, ਸਾਰੇ ਗੁਰਸਿੱਖਾਂ ਦਾ 11ਵੀਂ ਵਾਰ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਾਮ ਲੈ ਕੇ ਨਾਲ ਜਾਤੀ ਵੀ ਲਿਖੀ ਹੈ ਕਿ ਕਿਹੜੀ ਜਾਤ ਵਿੱਚੋਂ ਆ ਕੇ ਸਿੱਖ ਬਣੇ ਸਨ। ਸੋ ਇਹ ਭਾਈ ਜੋਧਾ, ਭਾਈ ਟੁੱਟਾ ਜੋਧਾ, ਭਾਈ ਜਾਮੂ ਜੀ, ਇਹ ਦੋ ਸਿੱਖ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਦੇ ਢਿੱਗ ਆਏ, ਪਾਸ ਚੱਲ ਕਰਕੇ ਆਏ ਹਨ। ਘਰ ਬੰਧਨ ਬੈਠੇ ਤਬੈ, ਬੂਝੇ ਸਹਿਜ ਸੁਭਾਏ। ਸਾਹਿਬਾਂ ਨੂੰ ਬੰਦਨਾ ਕਰਕੇ ਮੱਥਾ ਟੇਕ ਕੇ ਕੋਲ ਬੈਠ ਕੇ ਤੇ ਇਹਨਾਂ ਨੇ ਸਹਿਜ ਸੁਭਾਏ ਸਾਹਿਬਾਂ ਨੂੰ ਬੇਨਤੀ ਕਰਕੇ ਪੁੱਛਿਆ, ਬੇਨਤੀ ਕੀਤੀ, ਅਰਦਾਸ ਕੀਤੀ। ਚੌਪਈ ਸ੍ਰੀ ਗੁਰ ਇਮ ਹੈ ਹੁਕਮ ਤੁਮਾਰੋ, ਮਨ ਇਕਾਗਰ ਕਰ ਭਜਨ ਸੁਧਾਰੋ। ਬੜਾ ਸਾਡੇ ਕੰਮ ਆਉਣ ਵਾਲਾ ਸਿੱਖਾਂ ਨੇ ਇਹ ਸਵਾਲ ਕੀਤਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ। ਬੜਿਆਂ ਦੀ ਇਹ ਪ੍ਰੋਬਲਮ ਹੈ, ਬੜੇ ਕਹਿੰਦੇ ਜੀ ਮਨ ਨਹੀਂ ਟਿਕਦਾ, ਮਨ ਨਹੀਂ ਟਿਕਦਾ, ਕੀ ਕਰੀਏ, ਮਨ ਨਹੀਂ ਟਿਕਦਾ। ਨੋਟਾਂ ਦੀ ਗੁੱਥੀ ਗਿਣਦਿਆਂ ਹੋਇਆ ਕਦੀ ਕਿਸੇ ਨੇ ਕਿਹਾ ਜੀ ਮਨ ਨਹੀਂ ਟਿਕਿਆ, ਇੱਕ ਨੋਟ ਅੱਗੇ ਪਿੱਛੇ ਹੋ ਗਏ, ਉਹ ਪੂਰੇ ਐਨ ਗਿਣੇ ਜਾਂਦੇ ਹਨ। ਸੋ ਸਾਹਿਬਾਂ ਨੂੰ ਬੇਨਤੀ ਕੀਤੀ, ਮਹਾਰਾਜ ਸ੍ਰੀ ਗੁਰੂ ਇਮ ਹੈ ਹੁਕਮ ਤੁਮਾਰੋ, ਇਹ ਆਪ ਜੀ ਦਾ ਹੁਕਮ ਹੈ ਕਿ ਮਨ ਇਕਾਗਰ ਕਰ ਭਜਨ ਸੁਧਾਰੋ, ਕਿ ਜਦੋਂ ਭਜਨ ਕਰੋ ਨਾ, ਬੰਦਗੀ ਕਰੋ, ਮਨ ਨੂੰ ਇਕਾਗਰ ਕਰਕੇ ਕਰਿਆ ਕਰੋ, ਮਨ ਟਿਕਾ ਕਰਕੇ ਐਨ ਲੀਨ ਕਰਕੇ ਇਕਾਗਰ ਚਿਤ ਹੋ ਕਰਕੇ ਸਿਮਰਨ ਕਰਿਆ ਕਰੋ। ਇਹ ਆਪ ਜੀ ਦਾ ਹੁਕਮ ਹੈ। ਕਰ ਹਾਰੇ ਹਮ ਅਨੇਕ ਉਪਾਏ, ਨਹੀਂ ਇਕਾਗਰਤਾ ਮਨ ਪਾਏ। ਮਹਾਰਾਜ ਜੀ ਅਸੀਂ ਤਾਂ ਅਨੇਕਾਂ ਉਪਾਅ ਯਤਨ ਕਰਕੇ ਹਾਰ ਗਏ ਹਾਂ, ਤੇ ਮਾਣੀ ਐਸੀ ਸ਼ੈ ਹੈ ਕਿ ਮਹਾਰਾਜ ਇਕਾਗਰ ਹੀ ਨਹੀਂ ਹੁੰਦਾ। ਬੜੇ ਯਤਨ ਕਰਦੇ ਹਾਂ, ਨਹੀਂ ਇਕਾਗਰਤਾ ਮਨ ਪਾਏ। ਮਨ ਜਿਹੜਾ ਇਕਾਗਰਤਾ ਨਹੀਂ ਪਾਉਂਦਾ। ਇਕਾਗਰਤਾ ਦਾ ਅਰਥ ਕੀ? ਇੱਕ ਆਗਰ, ਇੱਕ ਥਾਂ ਤੇ ਟਿਕ ਜਾਣਾ, ਐਨ ਸਥਿਰ ਹੋ ਜਾਣਾ। ਦੂਜਾ ਕੋਈ ਸੰਕਲਪ ਵਿਕਲਪ ਵਿਚਾਰ ਉਤਰਾ ਚੜਾ ਖਿਆਲ ਮਨ ਵਿੱਚ ਸਫੁਰੀ ਨਾ ਹੋਣਾ, ਉਸ ਮਨ ਨੂੰ ਆਖਿਆ ਜਾਂਦਾ ਇਕਾਗਰ ਮਨ। ਜਦੋਂ ਇੱਕ ਹੋ ਜਾਵੇ, ਜਦੋਂ ਦੂਜਾ ਖਿਆਲ ਨਾ ਮਨ ਵਿੱਚ ਰਹੇ। ਸੋ ਮਹਾਰਾਜ ਜੀ ਸਾਡਾ ਮਨ ਜਿਹੜਾ ਹੈ ਉਹ ਇਕਾਗਰਤਾ ਨੂੰ ਨਹੀਂ ਪਾਉਂਦਾ, ਮਨ ਇਕਾਗਰ ਨਹੀਂ ਹੁੰਦਾ। ਸੁਨ ਸਤਿਗੁਰ ਕੈ ਉਤਰ ਤਿਨ ਕੋ, ਪ੍ਰਥਮ ਨ ਲਖੋ ਸੁਭਾਵ ਜੇ ਮਨ ਕੋ। ਇਹਨਾਂ ਪ੍ਰੇਮੀਆਂ ਦੀ ਬੇਨਤੀ ਸੁਣ ਕੇ ਪੰਚਮ ਗੁਰਦੇਵ ਨੇ ਅੱਗੇ ਉੱਤਰ ਦਿੱਤਾ, ਕਹਿਣ ਲੱਗੇ ਸਿੱਖੋ ਬਹੁਤ ਚੰਗੀ ਗੱਲ ਹੈ ਤੁਸੀਂ ਇਹ ਸਵਾਲ ਕੀਤਾ, ਪਰ ਤੁਹਾਨੂੰ ਪਤਾ ਤਾਂ ਲੱਗ ਗਿਆ ਨਾ ਕਿ ਮਨ ਹੁੰਦਾ ਕੀ ਹੈ। ਬਹੁਤ ਸਾਰੀ ਲੁਕਾਈ ਐਸੀ ਜਿਹਨੂੰ ਪਤਾ ਹੀ ਨਹੀਂ ਮਨ ਦੇ ਸੁਭਾਅ ਦਾ ਕਿ ਮਨ ਹੁੰਦਾ ਕੀ ਹੈ, ਕਿੱਦਾਂ ਭਟਕਦਾ ਤੇ ਕਿਵੇਂ ਸਥਿਰ ਹੁੰਦਾ ਹੈ। ਪ੍ਰਥਮ ਨਾ ਲਖੋ ਸੁਭਾਵ ਜੇ ਮਨ ਕੋ, ਪਹਿਲਾਂ ਤਾਂ ਤੁਸੀਂ ਮਨ ਦਾ ਸੁਭਾਅ ਹੀ ਨਹੀਂ ਸੀ ਜਾਣਦੇ ਕਿ ਮਨ ਦਾ ਸੁਭਾਅ ਹੈ ਕੀ ਹੈ। ਸੁਭਾਅ ਸੀ ਕਬਹੂ ਜੀੜਾ ਊਬ ਚੜਤ ਹੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਇਹ ਸੁਭਾਅ ਹੈ ਮਨ ਦਾ। ਪ੍ਰਥਮ ਨਾ ਲਖੋ ਸੁਭਾਵ ਜੇ ਮਨ ਕੋ, ਸੋ ਪਹਿਲਾਂ ਤਾਂ ਤੁਸੀਂ ਮਨ ਦੇ ਸੁਭਾਅ ਨੂੰ
ਕਿਵੇਂ ਕਦੀ ਅੰਤਰਮੁਖ ਕਦੀ ਬਾਹਰਮੁਖ, ਤੇ ਕਿਵੇਂ ਤੁਸੀਂ ਵੇਖਦੇ ਹੋ ਮਨ ਕੇ ਕਿਵੇਂ ਉਤਰਾਵਾਂ ਚੜਾਵਾਂ ਵਿੱਚ ਰਹਿੰਦਾ ਹੈ, ਕਦੀ ਥੱਲੇ ਲੈ ਗਿਆ ਕਦੀ ਉੱਤੇ ਚੜ ਗਿਆ। ਇਸ ਤਰ੍ਹਾਂ ਅਵਗਤ ਅੰਤਰ, ਜੋ ਅੰਦਰ ਦੀ ਗਤ ਚਾਲ ਹੈ ਮਨ ਦੀ, ਅੰਦਰ ਦੀ ਹਾਲਤ ਹੈ ਦਿਲ ਦੀ, ਹੁਣ ਤੁਸੀਂ ਸਮਝਣ ਲੱਗੇ ਹੋ। ਇਸੀ ਯਤਨ ਮੈਂ ਰਹੋ ਨਿਰੰਤਰ ਤੇ ਸਿੱਖੋ, ਇਸੇ ਯਤਨ ਵਿੱਚ ਸਦਾ ਰਹਿਣਾ ਕਰਿਓ, ਕਦੇ ਛੱਡ ਨਾ ਦਿਓ। ਤੁਹਾਨੂੰ ਪਤਾ ਲੱਗਣ ਲੱਗ ਪਿਆ ਮਨ ਦੀ ਹਾਲਤ ਦਾ ਕਿ ਮਨ ਜਿਹੜਾ ਟਿਕਦਾ ਨਹੀਂ, ਅੰਦਰ ਬਾਹਰ ਜਾਂਦਾ ਹੈ, ਤੇ ਇਹ ਯਤਨ ਹੁਣ ਤੁਸੀਂ ਸਦਾ ਕਰਦੇ ਰਹੋ। ਨਿਕਸੈ ਮਨ ਪੁਨ ਜੋਰੋ ਆਨ, ਪੁਨ ਪੁਨ ਰੋਕੋ ਬਨ ਸਬਦਾਨ। ਤੇ ਜਦੋਂ ਤੁਹਾਨੂੰ ਪਤਾ ਲੱਗ ਜਾਵੇ ਨਾ, ਪਹਿਲਾਂ ਤਾਂ ਪਤਾ ਨਹੀਂ ਲੱਗਦਾ, ਕੁਝ ਸਮਾਂ ਜਦੋਂ ਬੰਦਾ ਅਭਿਆਸ ਕਰਦਾ, ਧਿਆਨ ਕਰਦਾ, ਸਿਮਰਨ ਕਰਦਾ, ਉਦੋਂ ਪਤਾ ਲੱਗਣ ਲੱਗਦਾ ਮਨ ਬਾਰੇ ਕਿ ਮਨ ਕੀ ਹੈ ਤੇ ਕਿਵੇਂ ਬਾਹਰ ਮੁਖੀ ਹੁੰਦਾ ਹੈ। ਨਿਕਸੇ ਮਨ ਪੁਨ ਜੋਰਵਾਨ, ਜਦੋਂ ਮਨ ਤਨ ਦੇ ਵਿੱਚੋਂ ਬਾਹਰ ਮੁਖੀ ਹੋ ਕੇ ਬਾਹਰ ਸੁਰਤ ਚਲੀ ਜਾਵੇ, ਧਿਆਨ ਬਾਹਰ ਚਲਿਆ ਜਾਏ, ਤਾਂ ਉਦੋਂ ਪੁਨ ਜੋਰਵਾਨ ਪੁਨਾ ਪੁਨਾ ਵਾਰ-ਵਾਰ ਇਸ ਮਨ ਨੂੰ ਧਾਵਤ ਵਰਜ ਰਹਾਇਆ, ਬਾਹਰ ਜਾਂਦੇ ਹੁਣ ਠਾਕ ਰਹਾਇਆ, ਠਾਕ ਪਾਦਨੀ ਰੋਕ ਪਾਉਣੀ ਹੈ। ਮਨ ਨੂੰ ਵਾਰ-ਵਾਰ ਸ਼ਬਦ ਦੇ ਵਿੱਚ, ਨਾਮ ਦੇ ਵਿੱਚ ਜੋੜੋ, ਪੁਨ ਪੁਨ ਰੋਕੋ ਬਨ ਸਵਧਾਨ। ਜਦੋਂ ਮਨ ਬਾਹਰ ਜਾਵੇ, ਸੰਕਲਪ ਆਵੇ, ਫਿਰ ਉਸ ਸੰਕਲਪ ਨੂੰ ਕੱਟ ਕਰਕੇ ਫਿਰ ਗੁਰੂ ਦੇ ਸ਼ਬਦ ਵਿੱਚ, ਨਾਮ ਦੇ ਵਿੱਚ ਸਾਵਧਾਨ ਹੋ ਕਰਕੇ ਮਨ ਨੂੰ ਜੋੜਨਾ ਕਰੋ। ਤੇ ਇਸ ਕਾਰਜ ਨੂੰ ਕਰਨ ਵਾਸਤੇ ਸਾਵਧਾਨੀ ਬੜੀ ਜ਼ਰੂਰੀ ਹੈ, ਬੇਧਿਆਨੀ ਨਹੀਂ ਚਾਹੀਦੀ। ਜਿਵੇਂ ਬੰਦੇ ਨੇ ਨਵਾਂ ਸਾਈਕਲ ਚਲਾਉਣਾ ਸਿੱਖਿਆ ਹੋਵੇ ਤੇ ਬੜਾ ਸਾਵਧਾਨ ਹੁੰਦਾ, ਪਰ ਜਦੋਂ ਜਹਾਜ਼ ਆ ਜੇ ਖੱਬੇ ਸੱਜੇ ਵੇਖੀ ਜਾਂਦਾ, ਉਦੋਂ ਉਹਨੂੰ ਪਰਵਾਹ ਕੋਈ ਨਹੀਂ, ਉਹਨੂੰ ਪਤਾ ਲੱਗ ਚੁੱਕਾ ਕਿ ਵਿਸ਼ਵਾਸ ਹੋ ਚੁੱਕਾ ਕਿ ਹੁਣ ਕੋਈ ਗੱਲ ਨਹੀਂ। ਪਰ ਜਦੋਂ ਨਵਾਂ ਚਲਾਉਣਾ, ਉਦੋਂ ਕਹਿੰਦੇ ਸਿੱਧਾ ਧਿਆਨ ਰੱਖੀ, ਉਦੋਂ ਖੱਬੇ ਸੱਜੇ ਨਹੀਂ ਵੇਖੇਗਾ ਉਹ। ਇਸੇ ਤਰ੍ਹਾਂ ਗੁਰੂ ਕੇ ਸਿੱਖੋ, ਪੁਨ 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 ਰੋਕੋ ਬਨ ਸਵਧਾਨ। ਸਾਵਧਾਨੀ ਬੜੀ ਜ਼ਰੂਰੀ ਹੈ, ਸਾਵਧਾਨ ਬਣ ਕੇ ਤੇ ਵਾਰ-ਵਾਰ ਮਨ ਨੂੰ ਫੁਰਨਿਆਂ ਦੇ ਵਹਿਣ ਵਿੱਚ ਵੜਨ ਤੋਂ ਰੋਕਣਾ ਕਰੋ। ਸਹਿਜ ਸੁਭਾਇਕ ਥਿਰਤਾ ਹੋਏ, ਪਾਵੋ ਸ੍ਰੇਸ਼ ਕਸ਼ਟ ਗਨ ਖੋਏ। ਤੇ ਆ ਯਤਨ ਜਦੋਂ ਤੁਸੀਂ ਕਰਦੇ ਰਹੋਗੇ ਨਾ, ਵਾਰ-ਵਾਰ, ਪਹਿਲਾਂ ਮਨ ਜਿਹੜਾ ਹੈ 1-2 ਸਕਿੰਟ ਵਾਸਤੇ ਅੰਦਰ ਆਵੇਗਾ, ਬਾਹਰ ਚਲਿਆ ਜਾਵੇਗਾ, 5-7-10 ਸਕਿੰਟ, 2-4 ਮਿੰਟ ਬਾਹਰ ਰਹੇਗਾ, ਫਿਰ 2-4 ਸਕਿੰਟ ਵਾਸਤੇ ਅੰਦਰ ਆਵੇਗਾ, ਫਿਰ ਇਸ ਤਰ੍ਹਾਂ ਮਿੰਟ ਵਾਸਤੇ ਅੰਦਰ ਆਵੇਗਾ, ਫਿਰ 5-7 ਮਿੰਟ ਬਾਹਰ, ਫਿਰ 2 ਮਿੰਟ ਅੰਦਰ। ਇਸ ਤਰ੍ਹਾਂ ਸਹਿਜੇ ਕਰਦਿਆਂ ਮਨ ਦਾ ਅੰਦਰ ਆਉਣ ਦਾ ਸੁਭਾਅ, ਟਿਕਣ ਦਾ ਸੁਭਾਅ ਵਧਦਾ ਜਾਵੇਗਾ, ਤੇ ਬਾਹਰ ਮੁਖੀ ਹੋਣ ਦੀ ਬਿਰਤੀ ਸਹਿਜੇ ਘਟਦੀ ਜਾਵੇਗੀ। ਉਹ ਕਦੋਂ ਘਟੇ ਕਿ ਜਦੋਂ ਤੁਸੀਂ ਅਭਿਆਸ ਕਰੋਗੇ। ਸਹਿਜ ਸੁਭਾਇਕ ਥਿਰਤਾ ਹੋਏ, ਫਿਰ ਸੁਤੇ ਸਿੱਧ ਆ ਯਤਨ ਕਰਦਿਆਂ ਤੁਹਾਡਾ ਮਨ ਜਿਹੜਾ ਟਿਕ ਜਾਵੇਗਾ। ਤੇ ਜੇ ਤੁਸੀਂ ਯਤਨ ਹੀ ਕੋਈ ਨਹੀਂ ਕੀਤਾ ਤੇ ਐਵੇਂ ਲਾਂਭੇ ਦਿੱਤੀ ਜਾਓ, ਜੀ ਮਨ ਨਹੀਂ ਟਿਕਦਾ, ਤੇ ਯਤਨ ਕੋਈ ਕੀਤਾ ਹੀ ਨਹੀਂ। ਯਤਨ ਕਰੋ, ਫਿਰ ਕੀ ਪ੍ਰਾਪਤ ਹੋਵੇਗਾ? ਪਾਵੋ ਸ਼੍ਰੇ ਕਸ਼ਟ ਗਨ ਖੋਏ। ਸ਼੍ਰੇ ਹੁੰਦੀ ਕਲਿਆਣ, ਮੁਕਤੀ, ਸੁਖ। ਮੁਕਤੀ, ਕਲਿਆਣ, ਸੁਖ ਨੂੰ ਪਾ ਲਵੋਗੇ। ਕਸ਼ਟ ਗਨ ਖੋਏ, ਜਿਹੜੇ ਗਣ ਕਸ਼ਟ, ਸਮੂਹ ਕਸ਼ਟ, ਬੇਅੰਤ ਕਸ਼ਟ ਨੇ, ਜਨਮਾਂ ਜਨਮਾਤਰਾਂ ਦੇ ਦੁੱਖ ਨੇ ਜਿਹੜੇ ਜੀਵ ਨੂੰ ਭੋਗਣੇ ਪੈਂਦੇ, ਉਹ ਸਾਰੇ ਖੋਏ, ਨਾਸ਼ ਹੋ ਜਾਣਗੇ, ਸਾਰੇ ਕਸ਼ਟ ਮੁੱਕ ਜਾਣਗੇ, ਕਲਿਆਣ ਸੁਖ ਨੂੰ ਪ੍ਰਾਪਤ ਕਰ ਲਵੋਗੇ। ਸੁਨ ਉਪਦੇਸ਼ ਯਤਨ ਤੇ ਮਠਾਨਾ, ਸੋ ਪ੍ਰਾਪਤ ਹੋਏ ਕਲਿਆਣਾ। ਸਾਹਿਬਾਂ ਦੇ ਕੋਲੋਂ ਇਹ ਉਪਦੇਸ਼ ਸੁਣ ਕੇ ਉਹਨਾਂ ਨੇ ਯਤਨ ਕਰਨਾ ਸ਼ੁਰੂ ਕਰ ਦਿੱਤਾ। ਮਨ ਦਾ ਸੁਭਾਅ ਉਹਨਾਂ ਨੂੰ ਪਤਾ ਲੱਗ ਚੁੱਕਾ ਸੀ ਕੁਛ, ਤੇ ਸਾਹਿਬਾਂ ਕੋਲੋਂ ਹੁਣ ਉਪਦੇਸ਼ ਸੁਣ ਲਿਆ। ਫਿਰ ਉਹਨਾਂ ਨੇ ਯਤਨ ਤਿਮ ਠਾਨਾ, ਤੇਵੇਂ ਯਤਨ ਠਾਨਾ ਕੀਤਾ ਜਿਵੇਂ ਸਾਹਿਬਾਂ ਆਖਿਆ ਸੀ। ਸੋ ਪ੍ਰਾਪਤ ਹੋਏ ਕਲਿਆਣਾ। ਕੀ ਫਲ ਉਹਨਾਂ ਨੂੰ ਮਿਲਿਆ? ਭਾਈ ਸਾਹਿਬ ਕਹਿੰਦੇ ਉਹ ਕਲਿਆਣ ਨੂੰ ਪ੍ਰਾਪਤ ਹੋ ਗਏ, ਉਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਹੋ ਗਈ। ਮੰਝ ਕੇ ਸੰਗ ਪ੍ਰਾਣਾ ਆਇਓ, ਸਤਿਗੁਰ ਆਗੇ ਸੀਸ ਨਿਵਾਇਓ। ਭਾਈ ਮੰਝ ਜੀ, ਭਾਈ ਪ੍ਰਾਣਾ ਜੀ, 2 ਸਿੱਖਾਂ ਦਾ ਜ਼ਿਕਰ ਭਾਈ ਸਾਹਿਬ ਕੀਤਾ ਕਿ ਭਾਈ ਮੰਝ ਦੇ ਨਾਲ ਭਾਈ ਪ੍ਰਾਣਾ ਜੀ ਚੱਲ ਕੇ ਆਇਆ, ਸਾਹਿਬਾਂ ਦੇ ਅੱਗੇ ਸਤਿਗੁਰੂ ਨੂੰ ਸੀਸ ਝੁਕਾਇਆ,
ਆ ਕੇ ਸਹਿਬਾਂ ਕੇ ਮੱਥਾ ਟੇਕਿਆ। ਦੇਹ ਉਪਦੇਸ਼ ਹੋਏ ਕਲਿਆਣੇ, ਸ੍ਰੀ ਮੁਕਤੇ ਸ਼ੁਭ ਵਾਕ ਬਖਾਨੇ। ਸੋ ਇਹ ਦੋ ਸਿੱਖ ਜਿਹੜੇ ਹੁਣ ਆਏ, ਇਹਨਾਂ ਨੇ ਵੀ ਸਾਹਿਬਾਂ ਨੂੰ ਬੇਨਤੀ ਕੀਤੀ, ਅਰਦਾਸ ਕੀਤੀ, ਮਹਾਰਾਜ ਦੇਹੋ ਉਪਦੇਸ਼ ਦੇਵੋ, ਜਿਸ ਕਰਕੇ ਹੋਏ ਕਲਿਆਣੇ, ਸਾਡੀ ਕਲਿਆਣ ਹੋ ਜਾਏ, ਅਸੀਂ ਮੁਕਤ ਹੋ ਜਾਈਏ। ਤੇ ਸਾਹਿਬਾਂ ਨੇ ਸ਼੍ਰੀ ਮੁਖ ਤੋਂ, ਸੁਭਾਏ ਮਾਨ ਮੁਖ ਤੋਂ ਸ਼ੁਭ ਬਚਨ ਜਿਹੜੇ ਵਾਕ ਸਨ ਕਹੇ, ਬਚਨ ਆਖਿਆ। ਸਰਵਰ ਕੇ ਮੁਰੀਦ ਤੁਮ ਦੋ, ਸਿੱਖੀ ਕਟਨ ਕਮਾਏ ਨ ਸੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਖਣ ਲੱਗੇ, ਭਲਿਓ ਤੁਸੀਂ ਸਖੀ ਸਰਵਰ ਦੇ ਮੁਰੀਦ ਜੇ। ਹੁਣ ਸਖੀ ਸਰਵਰ ਜਿਹੜਾ, ਕੋਈ ਇਹਨੂੰ ਧੌਸਣ ਵਾਲਾ ਪੀਰ ਕਹਿੰਦਾ, ਕੋਈ ਲਾਲਾਂ ਵਾਲਾ, ਕੋਈ ਲੱਖ ਦਾਤਾ, ਕੋਈ ਨਗਾਏ ਵਾਲਾ, ਬੰਦਾ ਇੱਕ ਹੀ ਹੈ, ਇਹਦੇ ਵੱਖ ਵੱਖ ਨਾਮ ਪਾਏ ਨੇ। ਨਗਾਇਆ ਪਿੰਡ ਹੈ, ਪਾਕਿਸਤਾਨ ਦੇ ਵਿੱਚ ਰਹਿ ਚੁੱਕਾ ਹੈ। ਸੋ ਕੋਈ ਇਹਨੂੰ ਸਰਵਰ ਕਹਿੰਦਾ ਹੈ। ਸਰਵਰ ਕੇ ਮੁਰੀਦ ਤੁਮ ਹੋ ਦੋ, ਤੁਸੀਂ ਦੋਵੇਂ ਸਖੀ ਸਰਵਰ ਦੇ ਚੇਲੇ ਜੇ, ਤੇ ਸਿੱਖੀ ਪ੍ਰਾਪਤ ਕਰਨਾ ਚਾਹੁੰਦੇ ਜੇ, ਪਰ ਸਿੱਖੀ ਏਦਾਂ ਨਹੀਂ ਮਿਲਦੀ। ਸਿੱਖੀ ਕਠਨ ਕਮਾਏ ਨਾ ਸੋ, ਸਿੱਖੀ ਕਮਾਉਣੀ ਬੜੀ ਕਠਨ ਹੈ, ਤੁਹਾਡੇ ਕੋਲੋਂ ਕਮਾਈ ਨਹੀਂ ਜਾਣੀ। ਕਹਿਣ ਲੱਗੇ ਤੁਮ ਦਰਸ਼ਨ ਭਇਓ, ਤਬ ਤੇ ਹਮਰੋ ਮਨ ਫਿਰ ਗਇਓ। ਇਹ ਆਖਣ ਲੱਗੇ, ਮਹਾਰਾਜ ਜੀ ਤੁਹਾਡਾ ਦਰਸ਼ਨ ਸਾਨੂੰ ਪ੍ਰਾਪਤ ਹੋਇਆ ਹੈ, ਤੇ ਤੁਹਾਡੇ ਦਰਸ਼ਨਾਂ ਦੀ ਬਰਕਤ ਹੀ ਇੰਨੀ ਜ਼ਿਆਦੀ ਹੈ ਕਿ ਸਾਡਾ ਮਨ ਹੀ ਫਿਰ ਗਿਆ ਹੈ। ਹੁਣ ਅਸੀਂ ਸਖੀ ਸਰਵਰ ਦੇ ਚੇਲੇ ਨਹੀਂ ਰਹੇ ਹਾਂ। ਹਿੰਦੂ ਜਨਮ ਹਮ ਤੁਰਕ ਮਨਾਵੈ, ਗਇਓ ਧਰਮ ਪਰ ਲੋਕ ਗਵਾਵੈ। ਤੇ ਸਾਡਾ ਜਨਮ ਹਿੰਦੂਆਂ ਦੇ ਘਰ ਦਾ ਸੀ, ਤੇ ਅਸੀਂ ਤੁਰਕ ਨੂੰ ਮਨਾਈ ਜਾਂਦੇ ਸੀ। ਸਖੀ ਸਰਵਰ ਜਿਹੜਾ ਤੁਰਕ ਮੁਸਲਮਾਨ ਪੀਰ ਹੈ, ਤੇ ਅਸੀਂ ਉਹਨੂੰ ਹੀ ਮਨਾਉਂਦੇ ਰਹੇ ਅੱਜ ਤੱਕ। ਗਇਓ ਧਰਮ, ਅਸੀਂ ਤਾਂ ਆਪਣਾ ਧਰਮ ਗਵਾ ਬੈਠੇ, ਤੇ ਹੁਣ ਸਾਡਾ ਪਰਲੋਕ ਵੀ ਗਵਾਚ ਜਾਣਾ। ਮਹਾਰਾਜ ਹੁਣ ਸਾਡੀ ਬਾਂਹ ਫੜ ਲਓ। ਸੁਨ ਗੁਰ ਕਹਿਓ ਜਾਹੋ ਨਿਜ ਧਾਮ, ਪ੍ਰਥਮ ਢਾਹੋ ਸੁਲਤਾਨ ਮੁਕਾਮ। ਇਹਨਾਂ ਦੀ ਬੇਨਤੀ ਸੁਣ ਕੇ ਸਹਿਬ ਸੱਚਾ ਗੁਰੂ ਆਖਣ ਲੱਗਾ, ਜਿਹਨੂੰ ਕੋਈ ਲਾਲਚ ਨਹੀਂ ਸੀ। ਗੁਰੂ ਨੇ ਇਹ ਨਹੀਂ ਆਖਿਆ ਕਿ ਆਪਣੇ ਘਰ ਜਿੰਨਾ ਕੁਛ ਹੈਗਾ ਹੈ ਉਹ ਲਿਆ ਕੇ ਮੈਨੂੰ ਭੇਟਾ ਕਰ ਦਿਓ। ਸਾਹਿਬ ਕਹਿਣ ਲੱਗੇ, ਜਾਓ ਆਪਣੇ ਘਰ ਵਾਪਸ, ਤੇ ਜਿਹੜਾ ਤੁਸੀਂ ਮੁਕਾਮ ਦਾ ਅਰਥ ਹੁੰਦਾ ਟਿਕਾਣਾ, ਕਬਰ। ਮੁਕਾਮ ਦਾ ਅਰਥ ਪੜਾਅ ਵੀ ਹੁੰਦਾ ਹੈ, ਮੁਕਾਮ ਏਕ ਰਹੀਮ। ਸੋ ਪ੍ਰਥਮ ਢਾਹੋ ਸੁਲਤਾਨ ਮੁਕਾਮ, ਜਿਹੜੀ ਤੁਸੀਂ ਸਖੀ ਸਰਵਰ ਦੀ ਕਬਰ ਬਣਾਈ ਹੈ ਆਪਣੇ ਘਰ ਵਿੱਚ, ਉਹ ਪਹਿਲਾਂ ਜਾ ਕੇ ਕਬਰ ਢਾਹ ਕਰਕੇ ਆਓ। ਉਹਨੇ ਆਵੋ ਹਮ ਸਿੱਖ ਬਣਾਵੈ, ਸ਼ੁਭ ਆਪਨੋ ਉਪਦੇਸ਼ ਬਤਾਵੈ। ਤੇ ਫਿਰ ਸਾਡੇ ਪਾਸ ਆਇਓ, ਫਿਰ ਤੁਹਾਨੂੰ ਆਪਣੇ ਸਿੱਖ ਬਣਾਵਾਂਗੇ, ਤੇ ਆਪਣਾ ਸ਼ੁਭ ਉਪਦੇਸ਼, ਪਾਵਨ ਉਪਦੇਸ਼ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਘਰ ਦਾ ਤੁਹਾਨੂੰ ਦੱਸਾਂਗੇ, ਦੇਣਾ ਕਰਾਂਗੇ। ਸੁਨਤ ਜਾਏ ਤਿਸ ਸਥਾਨ ਬਿਦਾਰਾ, ਗੁਰ ਟਿਗ ਆਏ ਪ੍ਰਸੰਗ ਉਚਾਰਾ। ਸਾਹਿਬਾਂ ਦਾ ਹੁਕਮ ਸੁਣਦਿਆਂ ਸਾਰ ਭਾਈ ਮੰਝ ਜਿਹੜਾ ਨਗਰ ਦਾ ਚੌਧਰੀ ਸੀ, ਜਿਹਦੀ ਕਥਾ ਪਿੱਛੇ ਭਾਈ ਸਾਹਿਬ ਜੀ ਸੁਣਾ ਚੁੱਕੇ ਨੇ, ਸੋਨੇ ਜਾਂਦਿਆਂ ਸਾਰੇ ਘਰ ਵਿੱਚ ਪਹਿਲਾਂ ਕਬਰ ਢਾਈ। ਕਬਰ ਢਾਹ ਕਰਕੇ ਗੁਰ ਟਿਕ ਆਏ, ਸਾਹਿਬਾਂ ਦੇ ਕੋਲ ਆ ਕੇ ਸਾਰਾ ਪ੍ਰਸੰਗ ਉਚਾਰ ਕੇ ਸੁਣਾਇਆ ਕਿ ਮਹਾਰਾਜ ਮੈਂ ਕਬਰ ਢਾਹ ਆਇਆ ਹਾਂ। ਸ਼੍ਰੀ ਮੁਕਤੇ ਸੇਵਾ ਫੁਰਮਾਈ, ਮੰਝ ਬਹਿਰ ਤੇ ਈਂਧਨ ਲਿਆਈ। ਤੇ ਸਹਿਬ ਸੱਚੇ ਗੁਰੂ ਨੇ ਸੁਭਾਏ ਮਾਨ ਮੁਖ ਤੋਂ ਇਹਨਾਂ ਨੂੰ ਸੇਵਾ ਫਰਮਾ ਦਿੱਤੀ। ਬਚਨ ਫਰਮਾਇਆ, ਸਿੱਖੋ ਸੇਵਾ ਕਰੋ। ਕਿਹੜੀ ਸੇਵਾ ਕਰਨੀ? ਭਾਈ ਮੰਝ ਨੂੰ ਹੁਕਮ ਹੋਇਆ ਕਿ ਤੂੰ ਬਾਹਰੋਂ ਲੱਕੜਾਂ ਲੈ ਕਰਕੇ ਆ ਕਰ, ਸੁੱਕਾ ਬਾਲਣ ਜਿਹੜਾ ਨਾ ਉਹ ਇਕੱਠਾ ਕਰਕੇ ਲਿਆਇਆ ਕਰ। ਤੂੰ ਚੁੱਲ੍ਹੇ ਝੋਕਨ ਪਰ ਰਹੋ, ਇਹ ਸਿੱਖਨ ਕੀ ਸੇਵਾ ਲਹੋ। ਤੇ ਭਾਈ ਪੁਰਾਣੇ ਨੂੰ ਆਖਿਆ, ਇਹ ਬੜਾ ਵੱਡਾ ਸੂਰਮਾ ਸੀ ਭਾਈ ਪੁਰਾਣਾ, 6ਵੇਂ ਪਾਤਸ਼ਾਹ ਦੀ ਕਮਾਨ ਵਿੱਚ ਇਹਨੇ ਧਰਮ ਯੁੱਧ ਕੀਤੇ, ਵੱਡਾ ਬੜੀ ਸੂਰਮਾ ਸੀ ਭਾਈ ਪੁਰਾਣਾ। ਸੋ ਇਹਨੂੰ ਹੁਕਮ ਹੋਇਆ ਕਿ ਤੂੰ ਚੁੱਲ੍ਹ ਝੋਕਿਆ ਕਰ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਰਾਂ 'ਚ ਲਿਖਿਆ ਹੈ, ਰਿੱਧ ਸਿੱਧ ਨੌ ਨਿੱਧ ਚੁੱਲ੍ਹ ਝੁਕਾਵਣੀ। ਰਿੱਧੀਆਂ ਸਿੱਧੀਆਂ ਨਿੱਧੀਆਂ ਸਾਰੀਆਂ ਬਰਕਤਾਂ ਪਿੱਛੇ ਪਿੱਛੇ ਲੱਗੀਆਂ ਫਿਰਦੀਆਂ ਜਦੋਂ ਗੁਰੂ ਕੇ ਚੁੱਲ੍ਹੇ ਵਿੱਚ ਬਾਲਣ ਪਾਇਆ ਜਾਏ। ਲੰਗਰ ਵਾਸਤੇ ਜਦੋਂ ਬਾਲਣ ਲਿਆ ਕੇ ਲੰਗਰ ਲੋਹ ਦੇ ਥੱਲੇ ਅੱਗ ਬਾਲੀ ਜਾਏ, ਬਹੁਤ ਮਹਾਤਮ ਹੈ ਇਸ ਸੇਵਾ ਦਾ। ਸੋ
ਸਾਹਿਬਾਂ ਨੇ ਭਾਈ ਪੁਰਾਣੇ ਨੂੰ ਆਖਿਆ ਕਿ ਤੂੰ ਲੋਹ ਦੇ ਥੱਲੇ ਨਾ ਬਾਲਣ ਡਾਇਆ ਕਰਨਾ ਹੈ। ਸੋ ਐਸਾ ਹੁਕਮ ਸਾਹਿਬਾਂ ਨੇ ਫਰਮਾਇਆ। ਅੰਤਹਿ ਕਰਨ ਸ਼ੁੱਧ ਹੋਏ ਜਬੈ ਹਮ ਉਪਦੇਸ਼ ਬਤਾਵਹਿ ਤਬੈ। ਇਹ ਸਿੱਖਣ ਕੀ ਸੇਵਾ ਲਓ, ਆਹ ਸਿੱਖਾਂ ਦੀ ਸੇਵਾ ਤੁਸੀਂ ਕਮਾਈ ਕਰੋ। ਸੰਗਤਾਂ ਪ੍ਰਸ਼ਾਦਾ ਛਕਦੀਆਂ ਨੇ, ਇੱਕ ਬਾਹਰੋਂ ਬਾਲਣ ਲਿਆਇਆ ਕਰੇ ਤੇ ਇੱਕ ਚੁੱਲ੍ਹੇ ਵਿੱਚ ਡਾਇਆ ਕਰੇ ਲੋਹ ਥੱਲੇ। ਤੇ ਜਦੋਂ ਸੇਵਾ ਕਰਦਿਆਂ ਕਰਦਿਆਂ ਅੰਤੇ ਕਰਨ ਸ਼ੁੱਧ ਹੋਏ ਜਬੈ, ਤੁਹਾਡਾ ਅੰਤਸ਼ਕਰਨ ਹਿਰਦਾ ਜਦੋਂ ਸ਼ੁੱਧ ਹੋ ਜਾਏਗਾ ਨਾ, ਪਵਿੱਤਰ ਹੋ ਜਾਏਗਾ, ਹਮ ਉਪਦੇਸ਼ ਬਤਾਵੇਂ ਤਵੇ, ਤਦੋਂ ਅਸੀਂ ਆਪਣਾ ਉਪਦੇਸ਼ ਤੁਹਾਨੂੰ ਬਤਾਵਾਂਗੇ, ਦੱਸਣਾ ਕਰਾਂਗੇ। ਤਦੋਂ ਅਸੀਂ ਆਪਣਾ ਉਪਦੇਸ਼ ਸਿੱਖਿਆ ਤੁਹਾਨੂੰ ਦੇਵਾਂਗੇ। ਨਿਤ ਗੁਰ ਸ਼ਬਦ ਸੁਨੋ ਮਨ ਲਾਏ ਕਥਾ ਕੀਰਤਨ ਹੋਏ ਜਿਸ ਥਾਇ। ਤੇ ਨਿਤਾਂ ਪ੍ਰਤੀ ਮਨ ਲਾ ਕਰਕੇ ਗੁਰੂ ਕਾ ਸ਼ਬਦ ਸੁਣਿਆ ਕਰੋ, ਬਾਣੀ ਸੁਣਿਆ ਕਰੋ। ਜਿੱਥੇ ਵੀ ਕਥਾ ਕੀਰਤਨ ਜਿਸ ਥਾਂ ਤੇ ਵੀ ਹੋਣਾ ਕਰੇ ਉੱਥੇ ਹੀ ਜਾਇਆ ਕਰੋ, ਬੈਠ ਕੇ ਗੁਰੂ ਕੇ ਸਿੱਖਾਂ ਵਿੱਚ ਕਥਾ ਕੀਰਤਨ ਸੁਣਿਆ ਕਰੋ। ਸਿੱਖਨ ਝੂਠੇ ਬਾਸਨ ਜੋਏ ਕਰੋ ਪਖਾਰਨ ਮਾਜਨ ਸੋਏ। ਤੇ ਨਾਲ ਨਾਲ ਇਹ ਨਹੀਂ ਕਿ ਬਸ ਇੱਕ ਨੂੰ ਹੁਕਮ ਹੋ ਗਿਆ ਕਿ ਮੈਂ ਜੀ ਬਾਲਣ ਹੀ ਲਿਆਉਣਾ, ਹੋਰ ਨਹੀਂ ਕਿਸੇ ਕੰਮ ਨੂੰ ਹੱਥ ਲਾਉਣਾ। ਦੂਜਾ ਕਹੇ ਜੀ ਮੈਂ ਲੋਹ ਥੱਲੇ ਬਾਲਣ ਹੀ ਝੋਕਣਾ, ਹੋਰ ਕੁਛ ਨਹੀਂ ਕਰਨਾ। ਪ੍ਰਸ਼ਾਦਾ ਭਾਵੇਂ ਲੋਹ ਤੇ ਸੜ ਜਾਵੇ, ਮੈਂ ਨਹੀਂ ਉਹ ਸਿੱਪੀ ਫੜ ਕੇ ਪਟਣਾ, ਕਿਉਂਕਿ ਮੈਨੂੰ ਤਾਂ ਕਿਹਾ ਕਿ ਤੂੰ ਅੱਗ ਹੀ ਡਾਉਣੀ ਹੈ। ਇਸ ਤਰ੍ਹਾਂ ਨਹੀਂ ਕਰਨਾ। ਜਿਹੜੀ ਸੇਵਾ ਵੇਖੋ ਨਾ ਉਹ ਜ਼ਰੂਰ ਕਰੋ। ਸਿੱਖਣ ਝੂਠੇ ਬਾਸਨ ਜੋਏ, ਬਾਸਨ ਹੁੰਦੇ ਭਾਂਡੇ। ਗੁਰੂ ਕੇ ਸੰਗਤਾਂ ਜਦੋਂ ਪ੍ਰਸ਼ਾਦਾ ਛਕਣ, ਜਿਹੜੇ ਝੂਠੇ ਭਾਂਡੇ ਆ ਨਾ, ਕਰੋ ਬੁਖਾਰਨ ਮਾਂਜਨ ਸੋਏ, ਉਹਨਾਂ ਨੂੰ ਧੋ ਕਰਕੇ ਚੰਗੀ ਤਰ੍ਹਾਂ ਮਾਂਜਿਆ ਕਰੋ। ਸੁਨ ਕਰ ਸੇਵ ਲਗੇ ਹਰ ਖਾਏ ਚਿਰੰਕਾਲ ਗੁਰ ਸੰਗਤ ਪਾਏ। ਸਾਹਿਬਾਂ ਦੇ ਕੋਲੋਂ ਇਹ ਉਪਦੇਸ਼ ਸੁਣ ਕਰਕੇ ਲੱਗ ਪਏ ਸੇਵਾ ਵਿੱਚ। ਸੁਣ ਕਰ ਸੇਵ ਲੱਗੇ ਹਰ ਖਾਏ, ਬੜੇ ਖੁਸ਼ ਹੋ ਕਰਕੇ ਸੇਵਾ ਵਿੱਚ ਜੁੜ ਗਏ। ਚਿਰੰਕਾਲ ਗੁਰ ਸੰਗਤ ਪਾਏ, ਚਿਰੰਕਾਲ ਲੰਮੇ ਸਮੇਂ ਤੱਕ ਸਹਿਬ ਸੱਚੇ ਗੁਰੂ ਦੀ ਸੰਗਤ ਪ੍ਰਾਪਤ ਕੀਤੀ। ਭਇਓ ਪਿਰਾਣਾ ਸਿੱਧ ਵਿਸਾਲਾ ਬ੍ਰਹਮ ਗਿਆਨ ਲਹਿ ਸਦਾ ਸੁਖਾਲਾ। ਭਾਈ ਪਿਰਾਣਾ ਜਿਹੜਾ ਸੀ ਨਾ, ਭਾਈ ਸਾਹਿਬ ਕਹਿੰਦੇ ਸਿੱਧ ਪੁਰਖ ਹੋ ਗਿਆ, ਬਹੁਤ ਉੱਚੀ ਅਵਸਥਾ ਦਾ ਮਾਲਕ ਬਣ ਗਿਆ। ਬ੍ਰਹਮ ਗਿਆਨ ਲੈ ਸਦਾ ਸੁਖਾਲਾ, ਜਿਹੜਾ ਸਦਾ ਹੀ ਸੁਖਾਲਾ ਸੁਖ ਦੇਣ ਵਾਲਾ ਹੈ, ਉਹ ਬ੍ਰਹਮ ਗਿਆਨ ਭਾਈ ਸਾਹਿਬ ਨੇ ਸੌਖਿਆਂ ਹੀ ਸਤਿਗੁਰੂ ਦੇ ਘਰ 'ਚ ਸੇਵਾ ਕਰਦਿਆਂ ਪ੍ਰਾਪਤ ਕਰ ਲਿਆ। ਅੰਤ ਪਰਯੰਤ ਰਹਿਓ ਗੁਰ ਧੀਰ ਸੇਵੇ ਸ੍ਰੀ ਹਰਿ ਗੋਬਿੰਦ ਧੀਰ। ਇਹ ਗੁਰੂ ਕਾ ਸਿੱਖ ਭਾਈ ਪੁਰਾਣਾ ਜਿਹੜਾ ਸੀ ਨਾ, ਅੰਤ ਪਰਯੰਤ ਸਾਹਿਬਾਂ ਦੇ ਕੋਲ ਹੀ ਰਿਹਾ, ਇਹ ਨਹੀਂ ਵਾਪਸ ਕਰ ਗਿਆ। ਸੇਵੇ ਸ੍ਰੀ ਹਰਿ ਗੋਬਿੰਦ ਧੀਰ, ਧੀਜ ਧਾਰੇ ਮਹਾਂ ਬੜੀ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਦਲਾਂ ਨੂੰ ਭੰਜਨ ਵਾਲਾ ਗੁਰੂ ਹਰਗੋਬਿੰਦ ਪਾਤਸ਼ਾਹ ਸੂਰਮਾ ਜੋਧਾ, ਉਸ ਸੂਰਮੇ ਸਤਿਗੁਰੂ ਦੀ ਸ਼ਰਨ ਵਿੱਚ ਰਹਿ ਕਰਕੇ ਭਾਈ ਪੁਰਾਣਾ ਸੇਵਾ ਕਰਦਾ ਰਿਹਾ। ਕਥਾ ਮੰਝ ਕੀ ਅਪਰ ਸਥਾਨ ਵਰਣਨ ਕਰੀ ਸੁਨੋ ਸਿੱਖ ਕਾਨ। ਭਾਈ ਮੰਝ ਜੀ ਦੀ ਕਥਾ ਜਿਹੜੀ ਭਾਈ ਸਾਹਿਬ ਕਹਿੰਦੇ ਨੇ ਹੋਰ ਸਥਾਨ ਤੇ ਵਰਣਨ ਕੀਤੀ, ਉਹ ਆਪਾਂ ਪਿੱਛੇ ਸੁਣ ਲਈ ਸੀ। ਦੂਜੀ ਰਾਸ ਦੇ ਅੰਸੂ ਨੰਬਰ 43 ਤੇ 44 ਵਿੱਚ ਇਹ ਕਥਾ ਪਿੱਛੇ ਆ ਚੁੱਕੀ ਹੈ। ਕਿਵੇਂ ਭਾਈ ਮੰਝ ਨੇ ਸੇਵਾ ਕਮਾਈ, ਕਿਵੇਂ ਸਤਿਗੁਰੂ ਨੇ ਪ੍ਰੀਖਿਆ ਕੀਤੀਆਂ, ਕਿਵੇਂ ਇੱਕ ਵਾਰੀ ਅਰਸ਼ਾਂ ਤੋਂ ਫਰਸ਼ ਤੇ ਡਿੱਗਾ ਤੇ ਫਰਸ਼ ਤੋਂ ਅਰਸ਼ਾਂ ਤੇ ਸਾਹਿਬਾਂ ਨੇ ਕਿਵੇਂ ਚੜਾਇਆ। ਖੂਹ ਵਿੱਚ ਡਿੱਗੇ ਨੂੰ ਸਾਹਿਬਾਂ ਨੇ ਆਪ ਰੱਸਾ ਮੁਕਾ ਕੇ ਕੱਢਿਆ। ਬੈਠੇ ਸਨ ਸ੍ਰੀ ਦਰਬਾਰ ਸਾਹਿਬ, ਜਦੋਂ ਇੱਕਦਮ ਵੇਖਿਆ ਦਿਵ ਦ੍ਰਿਸ਼ਟੀ ਦੁਆਰਾ ਸਾਡਾ ਪਿਆਰਾ ਸਿੱਖ ਭਾਈ ਮੰਝ ਖੂਹ ਵਿੱਚ ਡਿੱਗ ਪਿਆ। ਨੰਗੇ ਚਰਨੀ ਸਤਿਗੁਰੂ ਅਰਜਨ ਦੇ ਪਾਤਸ਼ਾਹ ਦੌੜ ਪਏ। ਉਹ ਖੂਹ ਅੱਜ ਵੀ ਹੈ ਸ੍ਰੀ ਦਰਬਾਰ ਸਾਹਿਬ ਤੋਂ ਲਗਭਗ 3-3.5 ਕਿਲੋਮੀਟਰ ਦੀ ਦੂਰੀ ਤੇ ਉਹ ਖੂਹ ਅੱਜ ਵੀ ਮੌਜੂਦ ਹੈ। ਜਿਸ ਖੂਹ ਦੇ ਵਿੱਚ ਭਾਈ ਮੰਝ ਜੀ ਡਿੱਗੇ ਸਨ ਤੇ ਗੁਰੂ ਅਰਜਨ ਦੇ ਪਾਤਸ਼ਾਹ ਨੰਗੇ ਚਰਨੀ ਦੌੜਦੇ ਗਏ ਸੀ। ਸਾਹਿਬਾਂ ਨੇ ਜਾ ਕੇ ਕੱਢਿਆ ਤੇ ਕੱਢ ਕੇ ਗੱਲ ਨਾਲ ਲਾ ਕੇ ਆਖਿਆ ਸੀ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਨ ਹਾਰਾ। ਮੰਝ ਤੋਂ ਗੁਰੂ ਕਾ ਜਹਾਜ਼ ਬਣ ਗਿਆ ਹੈ, ਤੇਰੀ ਸੰਗਤ ਕਰਕੇ ਸੰਸਾਰੀ ਜੀਵ ਤਰਨਗੇ। ਉਹ ਭਾਈ ਮੰਝ ਦੀ ਕਥਾ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿ ਰਿਹਾ ਕਿ ਮੈਂ ਹੋਰ ਥਾਂ ਤੇ ਪਿੱਛੇ ਵਰਣਨ ਕਰ ਦਿੱਤੀ ਹੈ।
ਵਰਣਨ ਕਰੀ ਸੁਣੋ ਸਿੱਖਾ ਕਾਣ। ਗੁਰੂ ਕੇ ਸਿੱਖੋ ਜਦੋਂ ਕਥਾ ਸੁਣਿਆ ਕਰੋ ਕੰਨ ਦੇ ਕੇ, ਮਨ ਦਾ ਕੰਨ ਦੇ ਕੇ, ਤੇ ਪ੍ਰਤੱਖ ਕੰਨ ਤਾਂ ਖੁੱਲ੍ਹੇ ਹੀ ਹੈ। ਮਨ ਰੂਪੀ ਕੰਨ ਦੇ ਕੇ ਗੁਰੂ ਕੇ ਇਤਿਹਾਸ ਦੀ ਵਡਿਆਈ, ਸਾਹਿਬਾਂ ਦੀ ਜਸ ਕੀਰਤੀ ਇਹ ਕਥਾ ਸੁਣਿਆ ਕਰੋ। ਪ੍ਰੇਮ ਦੇ ਨਾਲ ਕਥਾ ਸੁਣਿਆ ਕਰੋ। ਇਹ ਭਾਈ ਸਾਹਿਬ ਵੱਲੋਂ ਸਾਨੂੰ ਪ੍ਰੇਰਨਾ ਦਿੱਤੀ ਹੈ। ਅੱਗੇ ਨਵੀਂ ਸਾਖੀ ਪ੍ਰਾਰੰਭ ਹੋ ਰਹੀ ਹੈ। ਅਗਲੇ ਗੁਰੂ ਕੇ ਸਿੱਖ ਜਿਵੇਂ ਆਏ, ਸਾਹਿਬਾਂ ਕੋਲੋਂ ਉਪਦੇਸ਼ ਮੰਗਿਆ, ਭਾਈ ਸਾਹਿਬ ਜੀ ਅੱਗੇ ਸੁਣਾਉਣਗੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ ਸਤਿਗੁਰੂ ਜੀ, ਸਤਿਗੁਰੂ ਜੀ ਦੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸੁਮੱਤ ਬਖਸ਼ਣੀ, ਕਿਰਪਾ ਕਰਨੀ। ਅੰਤਲੀਆਂ ਪੰਕਤੀਆਂ ਪੜ੍ਹਦਿਆਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਜੀ। ਕਥਾ ਮੰਝ ਕੀ ਅਪਰ ਸੁਥਾਨ, ਵਰਣਨ ਕਰੀ ਸੁਨੋ ਸਿੱਖ ਕਾਨ। ਵਾਹਿਗੁਰੂ 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 ਅਚੁੱਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਦਾਨ ਜਾ ਜਾ ਕੇ ਸਦਾ ਬਵੇ
ਸੰਗ ਨੇਦਾਰਾ ਆਧਾਰ ਹੈ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਾਰ ਮਾਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਦਾ ਕਾਰ ਸੇਵੰਦੇ ਗੁਰ ਪਾਰ ਉਤਾਰਨ ਵਾਰ ਜੋ ਸ਼ਰ